दोहरा श्री गुर इम सुत ब्याह कै लीनो सुजस बिलंद जाचक जे कै कहत भे देश विदेशन बृंद। वाहिगुरु जी का खालसा वाहिगुरु जी की फतेह। बाणी गुरु गुरु है बाणी विच बाणी अमृत सारे गुर बाणी कह सेवक जन मानै परतख गुरु निस्तारे। जुगो जुग अटल धन धन श्री गुरु ग्रंथ साहिब जी दी पावन पवित्र गोद विच विराजमान गुरु सवारी गुरु खालसा सत संगत जीओ। आप समूह संगतां गुरु किरपा सदका रोज शाम दे दीवाना विच गुरु चरना विच हाजरियां भर के साध संगत दीयां घड़ियां माणदे हो। अज श्रोमणी भगत कबीर साहिब जी का खालसा जी आगमन दिहाड़ा है। धन 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 जन आया जिस प्रसाद सब जगत तराया। जन आवन का यह सुआओ जन कै संग चित आवे नाओ। आप मुक्त मुक्त करे संसार नानक तिस जन को सदा नमस्कार। ऐसे भगत कबीर सिंह नूं बार बार नमस्कार करिए। हुण ओह भगत कबीर साहब जुलाहे नहीं रहे खालसा जीओ, हुण तां रब ही बन गए खालसा जीओ। सन 1398 ईस्वी नूं कांशी दी धरती ते कबीर साहब दा आगमन होया खालसा जीओ। इन्हां दे जन्म बारे 2-3 वारता इस तरह जिक्र आउंदा है खालसा जीओ। ਜਿਹੜੇ तक कबीर पंथी ਹਨ ਉਹਨਾਂ ਦੀ ਇਹ ਕਥਨੀ ਹੈ ਕਿ ਕਬੀਰ ਸਾਹਿਬ ਤਾਂ ਇਹਨਾਂ ਦਾ ਜਨਮ ਨਹੀਂ ਹੋਇਆ, ਇਹ ਤਾਂ ਕਮਲ ਦੀ ਨਿਆਈ ਨਿਰਲੇਪ ਕੁਦਰਤ ਵੱਲੋਂ ਖਾਲਸਾ ਜੀ ਆਪੇ ਧਰਤੀ ਤੇ ਆ ਗਏ। ਪਰ ਇਹ ਜ਼ਿਕਰ ਨਹੀਂ ਬਣਦਾ। ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਨਾ ਮਾਤਾ ਤ੍ਰਿਪਤਾ ਜੀ ਦੇ ਉਧਰ ਤੋਂ पिता कल्याण दास मेहता जी के घर विच कोई भी संत महात्मा है, कोई ऋषि मुनि है, राजा महाराजा है, ओनू जन्म देण वाली ओदी मां है खालसा जी। धन जननी जिन जाया धन पिता प्रदान। ये है वो रब ही है अकुल निरंजन जेड़ा जमदा मरदा नहीं। सब तो पहला ओही सी बस। फिर ओदे वख वख संत महात्मा ऋषि मुनि अवतार पैगंबर गुरु महापुरुष वो खालसा जी किसी तरीके नाल धरती ते आए, पर खालसा जी उन्हां दी मां पिता वो भी धन हन। इस करके भगत कबीर साहब दा जन्म होया, पर इन्हां दे मां प्यो बड़े गरीब सन। इन्होंने बचपन विच कुछ 2 दिन दे सन, 1-2 दिन दे बस एक तलाब के कंडे ते छड़ के वो चले गए। कोई निर्दयी होने जिन्होंने अपनी जिंद प्यारी नहीं लगती वो होने कोई उथों लंघ रहे सन नीरू जी ते नीमा जी। नीरू इन्हां दा पिता मन्निया जाता है, नीमा इन्हां दी माता खालसा जी। उन्होंने देखिया आवाज आ रही है। निम्मा जी कहन लगे पति देव जी कोई बच्चे की आवाज है, मैं चुक लवा। नेहरू जी कहन लगे हाँ सुभाग भरिए चुक लै, अपने घर कोई औलाद तो है नहीं, शायद रब ने यही सानू औलाद बख्शिश की होवे
ਤੇ ਨੀਮਾ ਜੀ ਨੇ ਬੱਚਾ ਚੁੱਕ ਲਿਆ ਖਾਲਸਾ ਜੀਓ। ਬੱਚਾ ਚੁੱਕ ਕੇ ਆਪਣੇ ਘਰ ਲੈ ਗਏ। ਉਹਦਾ ਨਾਮ ਕੀ ਧਰਿਆ? ਨਾਮ ਧਰਿਆ ਕਬੀਰ। ਕਬੀਰ ਸ਼ਬਦ ਦਾ ਅਰਥ ਹੈ ਵੱਡਾ। ਵੀ ਐਸੇ ਭਗਤ ਕਬੀਰ ਸਾਹਿਬ ਸਭ ਤੋਂ ਵੱਡੇ ਸ਼੍ਰੋਮਣੀ ਭਗਤ ਹੋਏ। ਹੁਣ ਨਾਮ ਤਾਂ ਕਬੀਰ ਧਰਿਆ, ਪਰ ਅੰਦਰ ਉਹ ਰੱਬ ਦੇ ਸੰਸਕਾਰ ਜਿਹੜੇ ਸਨ, ਰੱਬ ਦੀ ਬੰਦਗੀ ਤੇ ਉਹ ਪ੍ਰਫੁੱਲਿਤ ਹੋਣ ਲੱਗੇ ਖਾਲਸਾ ਜੀ। ਭਾਵੇਂ ਜੁਲਾਹੇ ਦਾ ਕਾਰਜ ਵੀ ਕਰਦੇ, ਕੱਪੜਾ ਵੀ ਤਿਆਰ ਕਰਦੇ, ਪਰ ਜਿਹੜਾ ਵੀ ਕੋਈ ਧਾਗਾ ਪਾਉਂਦੇ ਨਾ ਤੇ ਉਦੋਂ ਇਹੀ ਜਪਦੇ, ਵਾਹਿਗੁਰੂ 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 ਵਾਹਿਗੁਰੂ। ਉਹ ਤਾਂ ਰਾਮ ਰਾਮ ਜਪਦੇ, ਪਰ ਅਸੀਂ ਵਾਹਿਗੁਰੂ ਜਪਣਾ ਖਾਲਸਾ ਜੀ। ਹਰ ਵੇਲੇ ਰਾਮ ਰਾਮ ਦਾ ਜਾਪ ਕਰਦੇ ਭਗਤ ਕਬੀਰ ਸਾਹਿਬ। ਵੱਡੇ ਹੁੰਦੇ ਗਏ ਉਹ ਰੋਲਾ ਇਹ ਪੈ ਗਿਆ, ਕਾਂਸ਼ੀ ਦੇ ਇਲਾਕੇ ਵਿੱਚ ਬ੍ਰਾਹਮਣ ਬਹੁਤ ਜ਼ਿਆਦਾ, ਅੱਜ ਵੀ ਬਹੁਤ ਜ਼ਿਆਦਾ ਬ੍ਰਾਹਮਣ ਉਸ ਇਲਾਕੇ ਵਿੱਚ ਹਨ। ਅੱਜ ਕੱਲ ਮੁਸਲਮਾਨ ਜ਼ਿਆਦਾ ਹੋ ਗਏ, ਬ੍ਰਾਹਮਣ ਘਟ ਗਏ। ਪਹਿਲਾਂ ਬ੍ਰਾਹਮਣ ਬਹੁਤ ਜ਼ਿਆਦਾ, ਉਹਨਾਂ ਦੀ ਪ੍ਰਭਤਾ ਘਟਣ ਲੱਗੀ। ਉਹਨਾਂ ਨੇ ਆਖਿਆ, ਕਬੀਰ ਤੈਨੂੰ ਕੋਈ ਅਧਿਕਾਰ ਨਹੀਂ ਰਾਮ ਦਾ ਜਾਪ ਕਰਨ ਦਾ। ਜੇ ਰਾਮ ਦਾ ਜਾਪ ਕਰਨਾ ਹੈ, ਪਹਿਲਾਂ ਗੁਰੂ ਧਾਰਨ ਕਰੋ। ਗੁਰੂ ਬਿਨਾ ਗੁਰਮੰਤਰ ਨਹੀਂ ਮਿਲਦਾ। ਭਗਤ ਜੀ ਨੂੰ ਇਹ ਗੱਲ ਚੁੱਭ ਗਈ ਖਾਲਸਾ ਜੀ। ਹੁਣ ਗੁਰੂ ਧਾਰਨ ਕਰਨਾ ਹੈ, ਗੁਰੂ ਕਿਹਨੂੰ ਧਾਰਨ ਕਰਾਂ? ਉਦੋਂ ਸ਼੍ਰੋਮਣੀ ਭਗਤ ਰਾਮਾਨੰਦ ਜੀ, ਉਹਨਾਂ ਦੀ ਬੜੀ ਪ੍ਰਸਿੱਧੀ ਕਾਂਸ਼ੀ ਦੇ ਇਲਾਕੇ ਵਿੱਚ। ਭਗਤ ਜੀ ਨੇ ਸੋਚਿਆ ਚਲੋ ਇਹਨਾਂ ਨੂੰ ਗੁਰੂ ਧਾਰਨ ਕਰ ਲਈਏ, ਪਰ ਭਗਤ ਜੀ ਨੂੰ ਸਾਰੇ ਸਮਝਦੇ ਮੁਸਲਮਾਨ ਹੈ, ਇਹਨਾਂ ਨੂੰ ਮੁਸਲਮਾਨ ਸਮਝਦੇ ਸਾਰੇ। ਤੇ ਰਾਮਾਨੰਦ ਜੀ ਕਿਸੇ ਮੁਸਲਮਾਨ ਨੂੰ ਮੰਤਰ ਦੇ ਕੇ ਰਾਜੀ ਨਹੀਂ। ਦੂਜੇ ਜੇ ਇਹਨਾਂ ਨੂੰ ਜੁਲਾਹੇ ਸਮਝੀਏ ਸ਼ੂਦਰ ਹਨ, ਤੇ ਕਿਸੇ ਸ਼ੂਦਰ ਨੂੰ ਮੰਤਰ ਦੇ ਕੇ ਉਦੋਂ ਕੋਈ ਰਾਜੀ ਨਹੀਂ ਸੀ ਖਾਲਸਾ ਜੀ। ਬਹੁਤ ਲਤਾੜਿਆ ਜਾਂਦਾ ਸੀ। ਭਗਤ ਸਾਹਿਬ ਨੇ ਕੀਤਾ ਕਿ ਸਵੇਰੇ ਸਵੇਰੇ 12-1 ਵਜੇ ਨਾ ਗੰਗਾ ਦੀ ਪੌੜੀਆਂ ਤੇ ਲੇਟ ਗਏ ਖਾਲਸਾ ਜੀ। ਇੱਥੋਂ ਰਾਮਾਨੰਦ ਜੀ ਨੇ ਆ ਕੇ ਇਸ਼ਨਾਨ ਕਰਨਾ ਹੈ, ਇੱਥੋਂ ਉਤਰ ਕੇ ਆਉਣਾ ਹੈ। ਮੁੱਦੇ ਲੇਟ ਗਏ, ਮੂੰਹ ਨੀਵਾਂ ਤੇ ਪਿੱਠ ਉੱਚੇ ਖਾਲਸਾ ਜੀ। ਹੁਣ ਅੰਮ੍ਰਿਤ ਵੇਲੇ ਦਾ ਸਮਾਂ, ਹਨੇਰਾ ਬਹੁਤ ਜ਼ਿਆਦਾ ਹੈ। ਰਾਮਾਨੰਦ ਜੀ ਆਪਣੇ ਨੇਮ ਅਨੁਸਾਰ ਆਏ ਇਸ਼ਨਾਨ ਕਰਨ ਲਈ, ਪੌੜੀਆਂ ਥੱਲੇ ਉਤਰ ਰਹੇ। ਦੇਖਿਆ ਕੋਈ ਰੱਬ ਦਾ ਪਿਆਰਾ ਇਹ ਸੁੱਤਾ ਪਿਆ ਅਜੇ ਤੱਕ। ਸਹਿਜ ਸੁਭਾਏ ਬਚਨ ਨਿਕਲਿਆ, ਉਠੋ ਰਾਮ ਕੇ ਰਾਮ ਕਹੋ, ਉਠੋ ਰਾਮ ਕੇ ਰਾਮ ਕਹੋ। ਉਠ ਰੱਬ ਦੇ ਪਿਆਰਿਆ, ਇਹ ਸਮਾਂ ਰੱਬ ਦਾ ਸਿਮਰਨ ਕਰਨ ਦਾ ਹੈ, ਇਹ ਸੌਣ ਦਾ ਨਹੀਂ। ਤੇ ਖਾਲਸਾ ਜੀਓ, ਉਸ ਵੇਲੇ ਕੌਣ ਜਾਗਦੇ ਹਨ? ਭਿੰਨੀ ਰੈਣੜੀਏ ਚਮਕਨ ਤਾਰੇ, ਜਾਗਹਿ ਸਾਧ ਜਨਾ ਮੇਰੇ RAM ਪਿਆਰੇ। ਜ਼ਿਕਰ ਕਰਦੇ ਭਾਈ ਗੁਰਦਾਸ ਜੀ। ਕਬੀਰ ਸਾਹਿਬ ਬੜੇ ਖੁਸ਼ ਹੋਏ ਵੀ ਅੱਜ ਗੱਲ ਬਣ ਗਈ। ਰਾਮਾਨੰਦ ਜੀ ਇਹ ਕਹਿ ਕੇ ਅੱਗੇ ਹੋ ਕੇ ਲੰਘ ਗਏ। ਕਬੀਰ ਸਾਹਿਬ ਉੱਠ ਕੇ ਫਟਾਫਟ ਦੌੜ ਕੇ ਆਪਣੇ ਘਰ ਚਲੇ ਗਏ। ਹੁਣ ਜੋ ਉਦੋਂ ਰਸ ਆਇਆ ਕਬੀਰ ਸਾਹਿਬ ਨੂੰ ਅੰਮ੍ਰਿਤ ਵੇਲੇ ਰਾਮ ਜਪਣ ਦਾ ਖਾਲਸਾ ਜੀ, ਸਾਰੇ ਸ਼ਹਿਰ 'ਚ ਰੌਲਾ ਪੈ ਗਿਆ। ਕਬੀਰ ਨੇ ਗੁਰੂ ਧਾਰਨ ਕਰ ਲਿਆ ਰਾਮਾਨੰਦ ਜੀ ਨੂੰ। ਉਹ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਰਾਮਾਨੰਦ ਜੀ ਕੋਲ ਪਹੁੰਚ ਗਏ। ਰਾਮਾਨੰਦ ਜੀ, ਤੁਸੀਂ ਸਾਡੇ ਸ਼੍ਰੋਮਣੀ ਹੋ, ਜੇ ਤੁਸੀਂ ਸ਼ੂਦਰਾਂ ਨੂੰ ਗੁਰਮੰਤਰ ਦਵੋਗੇ ਤੇ ਦੂਜਾ ਕੌਣ ਰਹਿ ਜਾਏਗਾ ਫਿਰ? ਉਹ ਰਾਮਾਨੰਦ ਜੀ ਕਹਿਣ ਲੱਗੇ, ਮੈਂ ਤਾਂ ਕਿਸੇ ਸ਼ੂਦਰ ਨੂੰ ਗੁਰਮੰਤਰ ਨਹੀਂ ਦਿੱਤਾ, ਬੁਲਾ ਕੇ ਲਿਆਓ ਉਹਨੂੰ ਮੇਰੇ ਕੋਲ ਖਾਲਸਾ ਜੀ।
ਜਦੋਂ ਬੁਲਾ ਕੇ ਲਿਆਏ, ਉਰਲੇ ਪਾਸੇ ਰਾਮਾਨੰਦ ਜੀ, ਵਿਚਕਾਰ ਪਰਦਾ ਲੱਗਿਆ ਹੋਇਆ ਹੈ। ਕਿਉਂ ਪਰਦਾ ਲਾਇਆ? ਕਿ ਸ਼ੂਦਰ ਦੀ ਪਰਛਾਈ ਵੀ ਸਾਡੇ ਤੇ ਨਾ ਪੈ ਜਾਵੇ, ਇਤਨਾ ਬੁਰਾ ਸਮਝ ਜਾਂਦਾ। ਪਰਲੇ ਪਾਸੇ ਕਬੀਰ ਸਾਹਿਬ। ਰਾਮਾਨੰਦ ਕਹਿਣ ਲੱਗੇ, ਕਬੀਰ ਜੀ ਤੁਸਾਂ ਨੇ ਗੁਰਮੰਤਰ ਸਾਡੇ ਤੋਂ ਕਿਵੇਂ ਲਿਆ ਹੈ, ਕਦੋਂ ਲਿਆ, ਦੱਸੋ। ਕਬੀਰ ਸਾਹਿਬ ਕਹਿਣ ਲੱਗੇ, ਗੁਰੂ ਜੀ ਅੱਜ ਸਵੇਰੇ ਸਵੇਰੇ ਤੁਸੀਂ ਗੰਗਾ ਇਸ਼ਨਾਨ ਨੂੰ ਜਾ ਰਹੇ ਸੀ, ਯਾਦ ਕਰੋ ਦ੍ਰਿਸ਼। ਗੰਗਾ ਦੀ ਪੌੜੀਆਂ ਤੇ ਇੱਕ ਬੰਦਾ ਲੇਟਿਆ ਪਿਆ ਸੀ, ਉਹ ਮੈਂ ਸੀ। ਤੁਸੀਂ ਆਪਣੀ ਜ਼ੁਬਾਨੀ ਆਖਿਆ, ਉਠੋ ਰਾਮ ਕੇ ਰਾਮ ਕਹੋ, ਬਸ ਤੁਹਾਡਾ ਇਹੀ ਮੰਤਰ ਮੇਰੇ ਲਈ ਗੁਰਮੰਤਰ ਹੈ। ਰਾਮਾਨੰਦ ਜੀ ਨੇ ਪਰਦਾ ਪਰੇ ਕਰਤਾ, ਕਹਿੰਦੇ ਪਰਦੇ ਪਰੇ ਕਰ ਦੋ। ਉੱਠ ਕੇ ਗਲਵਕੜੀ ਪਾ ਲਈ ਕਬੀਰ ਸਾਹਿਬ ਨੂੰ, ਕਹਿਣ ਲੱਗੇ, ਕਬੀਰ ਸਾਹਿਬ ਤੁਸੀਂ ਸ਼ੂਦਰ ਨਹੀਂ, ਤੁਸੀਂ ਰੱਬ ਹੋ। ਬਸ ਅੱਜ ਤੋਂ ਬਾਅਦ ਇਹ ਵਿਤਕਰਾ ਖਤਮ, ਇਹ ਸ਼ੂਦਰ ਨੂੰ ਗੁਰਮੰਤਰ ਨਹੀਂ ਦੇਣਾ, ਮੈਂ ਦਵਾਂਗਾ। ਰਾਮਾਨੰਦ ਜੀ ਕਹਿਣ ਲੱਗੇ। ਉਸ ਦਿਨ ਤੋਂ ਬਾਅਦ ਖਾਲਸਾ ਜੀ ਰਾਮਾਨੰਦ ਵੀ ਖੁੱਲ ਦਿਲੇ ਹੋ ਗਏ। ਬਸ ਤਾਂ ਹੀ ਸ਼ਬਦ ਹੈ ਉਹਨਾਂ ਦਾ ਬਾਣੀ ਵਿੱਚ, ਇੱਕੋ ਸ਼ਬਦ ਹੈ ਰਾਮਾਨੰਦ ਜੀ ਦਾ। ਤੇ ਕਬੀਰ ਸਾਹਿਬ ਦੇ 541 ਸ਼ਬਦ ਹਨ। ਤੇ ਉਸ ਵੇਲੇ ਜਪਣਾ ਸ਼ੁਰੂ ਕੀਤਾ ਕਬੀਰ ਸਾਹਿਬ ਨੇ, ਰਾਮ ਰਾਮ। ਬਸ ਜਪਦਿਆਂ ਜਪਦਿਆਂ ਖਾਲਸਾ ਜੀਓ ਭਇਓ ਕਬੀਰ ਕਬੀਰ, ਸਾਰੇ ਇਲਾਕੇ ਵਿੱਚ ਕਬੀਰ ਕਬੀਰ ਹੋਣ ਲੱਗਾ ਖਾਲਸਾ ਜੀਓ। ਗੁਰੂ ਨਾਨਕ ਮਹਾਰਾਜ ਵੀ ਮਿਲੇ ਸਨ ਕਬੀਰ ਸਾਹਿਬ ਨੂੰ, ਅੱਖੋ ਸਤਨਾਮ। ਸ੍ਰੀ ਵਾਹਿਗੁਰੂ। ਕਈ ਇਤਿਹਾਸਕਾਰ ਮੰਨਦੇ ਪਰ ਕਈ ਨਹੀਂ ਮੰਨਦੇ, ਪਰ ਵਾਸਤਵ ਵਿੱਚ ਮਿਲਾਪ ਹੋਇਆ ਸੀ ਖਾਲਸਾ ਜੀ। ਕਬੀਰ ਸਾਹਿਬ 1398 ਨੂੰ ਉਹਨਾਂ ਦਾ ਆਗਮਨ ਹੋਇਆ, 1518 ਨੂੰ ਲਗਭਗ ਉਹਨਾਂ ਨੇ ਚੜ੍ਹਾਈ ਕੀਤੀ ਮਗਰ ਦੀ ਧਰਤੀ ਤੇ ਗੁਰੂ ਨਾਨਕ ਮਹਾਰਾਜ 1499 ਈਸਵੀ ਨੂੰ 98-99 ਨੂੰ ਉਦਾਸੀਆਂ ਤੇ ਪਹਿਲਾਂ ਇਧਰ ਕਾਂਸ਼ੀ ਵਾਲੀ ਗਏ ਖਾਲਸਾ ਜੀ। ਤੇ ਉੱਥੇ ਮੁੱਖ ਭਗਤ ਕਬੀਰ ਸਾਹਿਬ, ਰਾਮਾਨੰਦ ਇਹ ਸਨ। ਤੇ ਗੁਰੂ ਨਾਨਕ ਮਹਾਰਾਜ ਜੀ ਜ਼ਰੂਰ ਜਾ ਕੇ ਮਿਲੇ ਉਹਨਾਂ ਨੂੰ ਖਾਲਸਾ ਜੀ। ਤੁਸੀਂ ਦੇਖਣਾ ਜਿਵੇਂ ਗੁਰੂ ਨਾਨਕ ਮਹਾਰਾਜ ਦਾ ਸ਼ਬਦ ਹੈ ਆਸਾ ਦੀ ਵਾਰ ਵੀ ਸੂਤਕ ਬਾਰੇ, ਤੇ ਉਹੀ ਸੂਤਕ ਬਾਰੇ ਸ਼ਬਦ ਲਿਖਿਆ ਭਗਤ ਕਬੀਰ ਸਾਹਿਬ ਨੇ, ਜਨਮੇ ਸੂਤਕ ਮੂਏ ਫੁਨ ਸੂਤਕ, ਸੂਤਕ ਪਰਜ ਵਿਗੋਈ। ਸੇਮ ਵਿਚਾਰਧਾਰਾ ਹੈ। ਤੇ ਕਈ ਇਹ ਵੀ ਜ਼ਿਕਰ ਕਰਦੇ ਕਬੀਰ ਪੰਥੀ ਵੀ ਗੁਰੂ ਨਾਨਕ ਮਹਾਰਾਜ ਜੀ ਕਬੀਰ ਸਾਹਿਬ ਦੇ ਸ਼ਾਗਿਰਦ ਹੋਏ। ਇਹ ਕੋਈ ਜ਼ਿਕਰ ਨਹੀਂ ਆ ਰਿਹਾ ਕਿਸੇ ਗ੍ਰੰਥ ਵਿੱਚ, ਆਪਣੇ ਵੱਲੋਂ ਲਿਖ ਕੇ ਪਾ ਲਿਆ ਉਹਨਾਂ ਨੇ। ਤੇ ਨਾ ਗੁਰੂ ਨਾਨਕ ਮਹਾਰਾਜ ਜੀ ਨੇ ਆਖਿਆ ਕਿ ਮੇਰਾ ਸ਼ਾਗਿਰਦ ਕਬੀਰ ਸਾਹਿਬ ਹੈ, ਨਹੀਂ। ਗੁਰੂ ਨਾਨਕ ਮਹਾਰਾਜ ਜੀ ਦਾ ਬਿਆਨ ਕੀਤਾ ਹੈ ਕਿ ਭਗਤ ਅਸਲੀ ਉਹ ਹੈ, ਸੇ ਭਗਤ ਸਤਿਗੁਰ ਮਨ ਭਾਏ। ਜਿਹੜੇ ਗੁਰੂ ਦੇ ਮਨ ਨੂੰ ਭਾ ਜਾਣ, ਅਸਲੀ ਭਗਤ ਉਹ ਹੈ ਜਿਹੜਾ ਭਗਤੀ ਕਰੇ, ਗੱਗਾ ਗਿਆਨ ਕਮਾਵੇ, ਤਤਾ ਤਿਆਗ ਬਿਰਤੀ ਰੱਖੇ ਖਾਲਸਾ ਜੀ। ਅੱਖੋ ਸਤਨਾਮ। ਸ੍ਰੀ ਵਾਹਿਗੁਰੂ। ਭਗਤੀ ਵੀ ਕਰੇ, ਭੱਬਾ ਭਗਤ, ਗੱਗਾ ਗਿਆਨ, ਆਤਮ ਗਿਆਨ ਦਾ ਧਾਰਨੀ ਹੋਵੇ, ਤੇ ਤਤਾ ਤਿਆਗ ਦੀ ਬਿਰਤੀ ਜੋ ਹੈ ਸਭ ਦਾਨ ਕਰੀ ਜਾਣਾ, ਕਰੀ ਜਾਣਾ। ਇੱਕ ਵਾਰੀ ਕਬੀਰ ਸਾਹਿਬ ਲੰਘ ਰਹੇ ਸਨ, ਰਸਤੇ ਵਿੱਚ ਕੁਝ ਖਜ਼ਾਨਾ ਜਿਹਾ ਪਿਆ। ਕਬੀਰ ਸਾਹਿਬ ਦੇ ਮਨ ਵਿੱਚ ਆਇਆ ਵੀ ਕਿਸੇ ਦਾ ਖਜ਼ਾਨਾ ਗਿਰਿਆ ਹੋਣਾ। ਦੇਖਣ ਲੱਗੇ ਇਧਰ ਉਧਰ, ਕੋਈ ਬੰਦਾ ਨਾ ਦਿਖਿਆ। ਚੁੱਕ ਲਵਾਂ ਤੇ ਇਹ ਤਾਂ ਚੰਗਾ ਨਹੀਂ। ਉੱਤੇ ਮਿੱਟੀ ਪਾ ਕੇ ਤੁਰ ਕੇ ਘਰ ਨੂੰ ਆ ਗਏ। ਘਰ ਆ ਕੇ ਲੋਈ ਨੂੰ ਕਹਿਣ ਲੱਗੇ, ਆਪਣੀ ਘਰ ਵਾਲੀ ਮਾਤਾ ਲੋਈ ਜੀ ਨੂੰ, ਲੋਈ ਜੀ ਅੱਜ ਰਸਤੇ 'ਚ ਖਜ਼ਾਨਾ ਮਿਲਿਆ ਸੀ, ਦੇਖੋ ਮੈਂ ਚੁੱਕਿਆ ਨਹੀਂ, ਮੇਰੇ ਮਨ ਵਿੱਚ ਲੋਭ ਨਹੀਂ, ਪਰ ਉੱਤੇ ਮਿੱਟੀ ਪਾ ਕੇ ਆ ਗਿਆ। ਲੋਈ ਵੀ ਇਹਨਾਂ ਤੋਂ ਵੱਧ ਭਗਤੀ ਵਾਲੀ ਕਹਿਣ ਲੱਗੀ, ਸਵਾਮੀ ਜੀ ਜੇ ਤੁਹਾਡੇ ਮਨ 'ਚ ਲੋਭ ਨਹੀਂ ਸੀ, ਤੁਸੀਂ ਵੇਖਿਆ ਕਿਉਂ ਨੂੰ, ਮਿੱਟੀ ਕਿਉਂ ਪਾਈ? ਫਿਰ ਜੇ ਤੁਹਾਡੀ ਸਮਾਨ ਬਿਰਤੀ ਹੈ, ਤੈਸਾ ਸਵਰਨ ਤੈਸੀ ਸਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਸਮਾਨ ਬਿਰਤੀ ਇਹ ਹੁੰਦੀ ਹੈ।
ਮਿੱਟੀ ਕਿਉਂ ਪਾਈ? ਫਿਰ ਵੀ ਹੈ ਹੀ ਮਿੱਟੀ ਸੀ, ਖਜ਼ਾਨਾ ਮਿੱਟੀ ਹੈ ਤੇ ਮਿੱਟੀ ਕਿਉਂ ਪਾਈ ਉਸ ਤੇ? ਅਜੇ ਕਸਰ ਹੈ, ਹੋਰ ਭਗਤੀ ਕਰੋ ਖਾਲਸਾ ਜੀ। ਇਸ ਤਰ੍ਹਾਂ ਖਾਲਸਾ ਜੀ ਦੋਵੇਂ ਰੱਬ ਦੇ ਪਿਆਰੇ ਜੁੜੇ ਹੋਏ, ਤੇ ਦੋ ਹੋਰ ਇਹਨਾਂ ਦਾ ਪੁੱਤਰ ਤੇ ਬੇਟੀ ਕਮਾਲਾ ਤੇ ਕਮਾਲੀ, ਚਾਰੋਂ ਜੁੜੇ ਹੋਏ ਰੱਬ ਦੇ ਪਿਆਰੇ। ਸਾਰੇ ਇਲਾਕੇ 'ਚ ਖਬਰ ਫੈਲ ਗਈ ਕਿ ਧੰਨ ਭਗਤ ਕਬੀਰ ਸਾਹਿਬ ਬਹੁਤ ਵੱਡੇ ਕਬੀਰ। ਇਹਨਾਂ ਦੀ ਪਤਨੀ ਵੀ ਮਾਤਾ ਲੋਈ ਵੀ ਇਹਨਾਂ ਵਾਂਗ ਰੱਬ ਨਾਲ ਜੁੜੀ ਹੋਈ। ਤੇ ਇਹ ਸੋਭਾ ਸੁਣ ਕੇ ਭਗਤ ਕਬੀਰ ਸਾਹਿਬ ਦੀ ਇੱਕ ਰੱਬ ਦਾ ਪਿਆਰਾ ਜ਼ਿਮੀਦਾਰ ਨਾ ਭਗਤ ਜੀ ਕੋਲ ਆ ਗਿਆ। ਕਹਿਣ ਲੱਗਾ, ਭਗਤ ਜੀ ਤੁਹਾਡੀ ਬੜੀ ਸੋਭਾ ਸੋਹਣੀ ਹੈ, ਇਹਦਾ ਰਾਜ ਕੀ ਹੈ? ਭਗਤ ਜੀ ਕਹਿਣ ਲੱਗੇ, ਬਹਿ ਜਾ ਮੇਰੇ ਕੋਲ, ਤੈਨੂੰ ਦੱਸ ਦਿੰਦੇ ਹੁਣੇ। ਅੰਦਰੋਂ ਆਵਾਜ਼ ਮਾਰੀ, ਲੋਈ ਜੀ ਇਸ ਤਰ੍ਹਾਂ ਕਰੋ, ਬਾਹਰੋਂ ਛੱਪੜ ਚੋਂ 2 ਸਿਰ ਮਿੱਟੀ ਲਿਆਓ। ਉਸੇ ਵੇਲੇ ਚਲੀ ਗਈ, ਜੀ ਸਵਾਮੀ ਜੀ ਮੈਂ ਹੁਣੇ ਜਾਣੀ ਆ। 2 ਸਿਰ ਚਿਕੜੀ ਮਿੱਟੀ ਲੈ ਕੇ ਆ ਗਈ ਖਾਲਸਾ ਜੀ। ਇਸ ਤਰ੍ਹਾਂ ਕਰੋ, ਹੁਣ ਧਰਮ ਪਤਨੀ ਜੀ ਇਹਨੂੰ ਕੁੱਟ ਕੇ ਨਾ ਕੱਪੜ ਛਾਣ ਕਰ ਦੋ। ਉਹਨੇ ਕੱਪੜ ਛਾਣ ਕਰਤਾ ਕੁੱਟ ਕੇ ਚੰਗੀ ਤਰ੍ਹਾਂ। ਲੋਈ ਜੀ ਇਸ ਤਰ੍ਹਾਂ ਕਰੋ, ਅੰਦਰ ਜਿਹੜਾ 2 ਸਿਰ ਘਿਓ ਪਿਆ ਨਾ, ਆਟੇ 'ਚ ਪਾ ਕੇ ਇਹਨੂੰ ਗੁੰਨ ਦੋ, ਆਟੇ ਦੀ ਤਰ੍ਹਾਂ ਇਸ ਨੂੰ ਮਿੱਟੀ 'ਚ ਗੁੰਨ ਦੋ ਚੰਗੀ ਤਰ੍ਹਾਂ। ਤੇ ਲੋਈ ਨੇ ਇਸ ਤਰ੍ਹਾਂ ਕੀਤਾ ਖਾਲਸਾ ਜੀ। ਉਹ 2 ਸਿਰ ਦੇਸੀ ਘਿਓ ਮਿੱਟੀ 'ਚ ਪਾ ਕੇ ਇਹਨੂੰ ਆਟੇ ਦੀ ਤਰ੍ਹਾਂ ਗੁੰਨ ਦਿੱਤਾ। ਕਬੀਰ ਸਾਹਿਬ ਨੇ ਕਿਹਾ, ਭਰਾਵਾ ਸਾਡੀ ਦੇਖੋ, ਸਾਡੀ ਵਾਹ ਵਾਹ ਦਾ ਇਹ ਰਾਜ ਹੈ। ਸਾਡੀ ਵਡਿਆਈ ਦਾ ਅਸਲ ਰਾਜ ਇਹ ਹੈ, ਏਕ ਨੇ ਕਹੀ ਦੂਜੇ ਨੇ ਮਾਨੀ, ਦੋਨੋਂ ਬ੍ਰਹਮ ਗਿਆਨੀ। ਕਹਿਣ ਲੱਗਾ, ਇਹੀ ਹੈ ਜੀ? ਹਾਂ ਜੀ ਇਹੀ ਹੈ। ਆਪਣੇ ਘਰ ਚਲਾ ਗਿਆ। ਕਹਿਣ ਲੱਗਾ, ਸੁਭਾਗ ਪਰਿਏ ਇੱਧਰ ਆ। ਉਹ ਸਰਦੀ ਬਲਦੀ, ਹਾਂ ਕੀ ਲੈਣਾ ਹੀ? ਟੁੱਟ ਪੈਣੇ ਆ। ਸੁਭਾਗ ਪਰਿਏ ਬਾਹਰੋਂ ਛੱਪੜ ਤੇ 2 ਸਿਰ ਚਿਕੜੀ ਮਿੱਟੀ ਲੈ ਕੇ ਆ, ਸਿਰ ਤੇ ਮਾਰਨੀ ਆ। ਜਾਂਦੇ ਸਾਰ 2 ਗਾਲਾਂ ਕੱਢੀਆਂ ਉਹਨੇ। ਸਰਦੀ ਬਲਦੀ ਮਿੱਟੀ ਤਾਂ ਲੈ ਕੇ ਆ ਗਈ ਖਾਲਸਾ ਜੀ। ਫਿਰ ਇਹਨੇ ਆਖਿਆ, ਇਸ ਤਰ੍ਹਾਂ ਕਰ, ਉਹਨੂੰ ਕੁੱਟ ਕੇ ਨਾ ਕੱਪੜ ਛਾਣ ਕਰ ਦੇ। ਉਹਨੇ ਸਰਦੀ ਬਲਦੀ ਨੇ ਕੰਮ ਕਰਤਾ, ਉਹਦਾ ਕੱਪੜ ਛਾਣ ਕੀਤਾ ਕੁੱਟ ਕੇ ਚੰਗੀ ਤਰ੍ਹਾਂ। ਫਿਰ ਇਹ ਕਹਿਣ ਲੱਗਾ, ਜੀ ਅੰਦਰੋਂ 2 ਸਿਰ ਜਿਹੜਾ ਘਿਓ ਪਿਆ ਨਾ, ਉਹ ਲਿਆ ਕੇ ਵਿੱਚ ਗੁੰਨ ਦੇ ਇਹਨੂੰ ਚੰਗੀ ਤਰ੍ਹਾਂ। ਚੜ ਗਈ ਕੋਠੇ ਤੇ, ਲੋਕੋ ਮੇਰਾ ਘਰ ਵਾਲਾ ਪਾਗਲ ਹੋ ਗਿਆ, ਇਹ ਸ਼ੁਦਾਈ ਬਣ ਗਿਆ। ਗਵਾਂਢੀ ਆ ਗਏ, ਫੜ ਲਿਆ ਸਾਰਿਆਂ ਨੇ ਇਹਨੂੰ, ਬੰਨਣ ਲੱਗੇ ਨਾ। ਉਹ ਕਹਿਣ ਲੱਗਾ, ਨਾ ਬੰਨੋ ਯਾਰ, ਮੈਂ ਤਾਂ ਕਬੀਰ ਬਣਨਾ ਚਾਹੁੰਦਾ ਸੀ, ਪਰ ਕਬੀਰ ਕਬੀਰ ਹੈ, ਅਸੀਂ ਆਮ ਬੰਦੇ ਹਾਂ। ਉਹਨਾਂ ਦੇ ਅੰਦਰ ਨਾਮ ਰਸ ਹੈ, ਉਹਨਾਂ ਦੀ ਕਹਿਣੀ ਕਥਨੀ ਬਰਾਬਰ ਹੈ। ਅਸਲ ਕਬੀਰ ਕਬੀਰ ਹੀ ਹੈ, ਸਭ ਤੋਂ ਵੱਡੇ ਹੋਏ ਸ਼੍ਰੋਮਣੀ ਭਗਤ ਖਾਲਸਾ ਜੀਓ। ਤੇ ਅੱਜ ਉਹਨਾਂ ਦਾ ਆਗਮਨ ਦਿਵਸ ਹੈ। ਇੱਕ ਸਾਡੀ ਗਲਤੀ ਹੈ, ਧਿਆਨ ਰੱਖਣਾ। ਅੱਜ ਸਾਡੇ ਤੋਂ ਵੱਖਰੇ ਕਿਉਂ ਹੋ ਗਏ? ਕਬੀਰ ਪੰਥੀ, ਰਵਿਦਾਸ ਜੀ ਵਾਲੇ, ਹੋਰ ਜਿਹੜੇ ਕਿਉਂ ਵੱਖਰੇ ਹੋ ਗਏ? ਅਸੀਂ ਭਗਤਾਂ ਨੂੰ ਵੱਖਰੇ ਸਮਝਦੇ ਹਾਂ। ਨਹੀਂ, ਜਿਨ੍ਹਾਂ ਦਾ ਨਾਮ ਗੁਰਬਾਣੀ ਚ ਬਾਣੀ ਆ ਗਈ ਇਹਨਾਂ ਦੀ, ਉਹ ਸਾਰੇ ਰੱਬ ਹੀ ਬਣ ਗਏ ਖਾਲਸਾ ਜੀਓ। ਉਹ ਬ੍ਰਹਮ ਵਿਚਾਰ ਦੀ ਬਾਣੀ ਹੈ ਤੇ ਬ੍ਰਹਮ, ਸਾਰੇ ਬ੍ਰਹਮ ਹੀ ਬਣ ਗਏ ਖਾਲਸਾ ਜੀਓ। ਇਸ ਕਰਕੇ ਭਗਤ ਕਬੀਰ ਸਾਹਿਬ, ਰਵਿਦਾਸ ਜੀ, ਸਦਨਾ ਜੀ, ਧੰਨਾ ਜੀ, ਨਾਮਦੇਵ ਜੀ, ਫਰੀਦ ਜੀ, ਇਹ ਸਾਰੇ ਇੱਕੋ ਹੀ ਰੂਪ ਬਣ ਗਏ ਖਾਲਸਾ ਜੀ। ਤੇ ਸਾਰੇ ਦਿਹਾੜੇ ਮਿਲ ਕੇ ਮਨਾਏ ਕਰੀਏ ਇਹਨਾਂ ਦੇ, ਤਾਂ ਹੀ ਸਾਰੇ ਇੱਕ ਹੋਵਾਂਗੇ। ਇੱਕ ਦਾ ਮੂੰਹ ਕਿਸ ਪਾਸੇ, ਦੂਜੇ ਦਾ ਕਿਸ ਪਾਸੇ। ਉਹਨਾਂ ਨੂੰ ਪਤਾ ਹੀ ਨਹੀਂ ਵੀ ਬਾਣੀ ਦੀ ਸਤਕਾਰ ਕਿਵੇਂ ਕਰਨਾ ਹੈ। ਬਾਣੀ ਦਾ ਉਹ ਜੋੜੇ ਪਾ ਕੇ ਨਗਰ ਕੀਰਤਨ ਕਰਦੇ, ਦੇਖੋ ਕੀ ਪਤਾ ਉਹਨਾਂ ਨੂੰ। ਅਣਜਾਣ ਬੰਦੇ ਸਮਝਦੇ ਵੀ ਕਬੀਰ ਸਾਹਿਬ ਐਵੇਂ ਸਨ। ਕਬੀਰ ਸਾਹਿਬ ਖਾਲਸਾ ਜੀ ਕੇਸਾ ਧਾਰੀ, ਨਾਮ ਨਾਲ ਜੁੜੇ ਹੋਏ ਰੱਬ ਦੇ ਪਿਆਰੇ। ਅੱਜ ਉਹਨਾਂ ਦਾ ਆਗਮਨ ਦਿਵਸ ਹੈ। ਬਹੁਤ ਉਹਨਾਂ ਦੀ ਵਿਚਾਰਾਂ, ਪਰ ਸਮਾਂ ਸੰਕੋਚਵਾ ਹੈ, ਇਸ ਕਰਕੇ ਆਪ ਸੋ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਆਓ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ, ਜੋ ਪਿਛਲੇ ਪ੍ਰਕਰਣਾਂ ਵਿੱਚ ਆਪ ਜੀ ਸ਼ਰਵਣ ਕਰ ਰਹੇ ਹੋ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਵਿਆਹ ਹੋਇਆ। ਭਾਈ ਪਾਰੋ ਜੁਲਕਾ ਜੀ ਦੀ ਅੰਸ਼ ਵੰਸ਼ ਹੈ ਭਾਈ ਨਾਰਾਇਣ ਜੀ। ਉਹਨਾਂ ਦੀ ਬੇਟੀ ਮਾਤਾ ਦਮੋਦਰੀ ਜੀ ਨਾਲ ਇਹ ਵਿਆਹ ਹੋਇਆ 21 ਭਾਦਰੋਂ 1604 ਨੂੰ ਖਾਲਸਾ ਜੀ। 1661 ਬਿਕਰਮੀ 21 ਭਾਦਰੋਂ ਦਾ ਦਿਹਾੜਾ ਸੀ
ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਵਿਆਹ ਡੱਲੇ ਪਿੰਡ ਵਿੱਚ ਹੋਇਆ ਖਾਲਸਾ ਜੀ। ਬਰਾਤ ਸਾਰੀ ਵਾਪਸ ਆਈ। ਸਾਰੇ ਸੰਤ ਮਹਾਤਮਾ, ਬਾਬਾ ਮੋਹਨ ਜੀ, ਮੋਹਰੀ ਜੀ ਤੇ ਹੋਰ ਰੱਬ ਦੇ ਪਿਆਰੇ ਕ੍ਰਿਸ਼ਨ ਚੰਦ ਜੀ, ਮਾਤਾ ਧਨਵੰਤੀ ਜੀ, ਬਾਬਾ ਆਨੰਦ ਜੀ, ਬਾਬਾ ਸੰਸਰਾਮ ਜੀ, ਸਾਰੇ ਮਹਾਤਮਾ ਖਾਲਸਾ ਜੀ ਵਿਆਹ ਵਿੱਚ ਗਏ। ਬੜਾ ਸੋਹਣਾ ਵਿਆਹ ਹੋਇਆ। ਅਸਲ ਵਿਆਹ ਇਹ ਹੁੰਦੇ ਖਾਲਸਾ ਜੀ, ਕੋਈ ਰੋਲਾ ਰੱਪਾ ਨਹੀਂ, ਗੁਰਬਾਣੀ ਦਾ ਕੀਰਤਨ ਕਰਦੇ ਜਾਣਾ, ਸਾਰੇ ਸੰਤ ਮਹਾਤਮਾ ਜਾਣੇ ਤੇ ਵਿਆਹ ਵੀ ਗੁਰਦੁਆਰੇ ਵਿੱਚ ਹੀ। ਖਾਸ ਅੱਜ ਕੱਲ ਤਾਂ ਪੈਲਸ ਆ ਗਏ ਨਾ, ਪੈਸਾ ਜ਼ਿਆਦਾ ਮੋਟਾ ਸਾਡੇ ਕੋਲ ਆ ਗਿਆ, ਐਵੇਂ ਪੈਸਾ ਵੇਸਟ ਕਰੀ ਜਾਂਦੇ ਨਾ ਪਾਈ। ਜੇ ਬਹੁਤਾ ਨਹੀਂ ਤਾਂ 11 ਬੰਦੇ ਚਲੇ ਜਾਓ, ਆਨੰਦ ਕਾਰਜ ਕਰਕੇ ਪ੍ਰਸ਼ਾਦਾ ਛਕੋ, ਘਰ ਵਿੱਚ ਹੀ ਵਾਪਸ ਘਰ ਵਿੱਚ ਹੀ ਆ ਜਾਓ ਭਾਈ। ਗੁਰੂ ਗੁਰੂ ਜਪਦੇ ਹੋਏ ਸੁਖੈਨ ਜਾਂ ਵਿਆਹ ਕਰੋ ਭਾਈ। ਕਿਸੇ ਨੂੰ ਦੁੱਖ ਨਾ ਹੋਵੇ, ਧਿਆਨ ਰੱਖਣਾ, ਕੋਈ ਬੰਦਾ ਰਜਦਾ ਨਹੀਂ। ਜਿਤਨਾ ਮਰਜੀ ਮਹਿੰਗਾ ਵਿਆਹ ਕਰ ਲੋ, ਮੈਂ ਤਾਂ ਅਰਬਾਂ ਰੁਪਏ ਲਾਤਾ ਹੈ, ਉਹ ਉਜੜ ਹੀ ਗਿਆ ਅਰਬਾਂ ਰੁਪਏ ਲਾ ਕੇ। ਤਾਂ ਗੁਰਸਿੱਖਾਂ ਲਈ ਤਾਂ ਸੌਖਾ ਖਾਲਸਾ ਜੀ ਇਹ ਹੈ ਕਿ ਗੁਰੂ ਘਰ ਆ ਕੇ ਜੋ ਜਲ ਪਾਣੀ ਛਕਾਣਾ, ਉੱਥੇ ਲੰਗਰ 'ਚ ਬਹਿ ਕੇ ਛਕਾ ਦਿਓ ਸਭ ਨੂੰ ਬਸ। ਇਸ ਤਰ੍ਹਾਂ ਇਹ ਸੋਹਣਾ ਵਿਆਹ ਹੋਇਆ। ਵਿਆਹ ਤੋਂ ਬਾਅਦ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਖਾਲਸਾ ਜੀ ਸਾਰੀ ਰਾਤ ਰੱਬ ਨਾਲ ਗੱਲਾਂ ਬਾਤਾਂ ਕਰਦੇ ਰਹੇ, ਗੁਰਸਿੱਖਾਂ ਨਾਲ। ਜਦੋਂ ਸਵੇਰ ਅੰਮ੍ਰਿਤ ਵੇਲਾ ਹੋਇਆ, ਸਭ ਨੇ ਉੱਠ ਕੇ ਵਾਰੋ ਵਾਰੀ ਸਿਰ ਇਸ਼ਨਾਨ ਕੀਤਾ। ਪਹਿਲਾਂ ਖੂਹ ਤੇ ਇਸ਼ਨਾਨ ਕੀਤਾ ਤੇ ਫਿਰ ਹਰਮੰਦਰ ਸਾਹਿਬ ਪਾਵਨ ਸਰੋਵਰ ਅੰਮ੍ਰਿਤਸਰ ਜਾ ਕੇ ਇਸ਼ਨਾਨ ਕਰਕੇ ਹਰਮੰਦਰ ਸਾਹਿਬ ਆ ਕੇ ਸਭ ਨੇ ਹਾਜ਼ਰੀ ਭਰੀ। ਸਵੇਰੇ ਸਵੇਰੇ ਮਹਾਰਾਜ ਦੀ ਚੌਂਕੀ ਆਈ, ਮਹਾਰਾਜ ਦਾ ਪ੍ਰਕਾਸ਼ ਹੋਇਆ। ਬੁੱਢਾ ਸਾਹਿਬ ਨੇ ਹੁਕਮਨਾਮਾ ਲਿਆ ਰਾਗ ਵਡਹੰਸ ਦਾ ਖਾਲਸਾ ਜੀ। 577 ਅੰਗ ਤੇ ਪਾਵਨ ਇਹ ਛੰਤਾ ਹੈ। ਤਿੰਨ ਘੋਲ ਕੁਮਾਈ ਜਿਨ ਪ੍ਰਭ ਸਰਵਣੀ ਸੁਣਿਆ ਰਾਮ, ਸੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਪੜਿਆ ਰਾਮ, ਸੇ ਸਹਿਜ ਸੁਹੇਲੇ ਗੁਣ ਹੈ ਅਮੋਲੇ ਜਗਤ ਉਦਾਹਰਣ ਆਏ, ਪੈ ਬੋਹਿਥ ਸਾਗਰ ਪ੍ਰਭ ਚਰਨਾ केते पार लंघाए, जिनको कृपा करी मेरा ठाकुर तिनका लेखा ना गणिया, कहो नानक तिस घोल कुमाई, जिन प्रभ श्रवणी सुनिया राम। ये पावन छंत बाबा बुढ़ा साहब जी ने अपने मुख तो गुरु की बाणी का उच्चारण किया। खालसा जी सब ने सुनिया, सब ने ठंड पै गई। खालसा जी अमृत वेले गुरबाणी नूं सुनना, गुरु शब्द नाल जुड़ना ते सारे कहण लगे धन गुरु अर्जन देव महाराज तुसीं धन हो, धन हो, तुहाडी बाणी धन, तुहाडी कुल धन, तुसीं आप धन हो। इस तरह सारे वड्याई करते करते गल छिड़ पई पृथ्वी चंद जी। खालसा जी सारे कहन लगे जी पृथ्वी चंद नहीं आया, सारे असीं पहुंच गए हैं। देखो खडूर साहब तो आ गए, गोविंदवाल साहब तो आ गए, मोह पिंड तो आ गए, पर पृथ्वी चंद नहीं आया जी। गुरु पातशाह कहन लगे भरावो जड़ा बंदा अहंकारी है, दुष्ट है, उन्हें की आउणा। ਉਹਦੇ मन में दुष्ट आई, असीं बड़ी वारी बुलाया भी आओ भरा जी आओ, पर ਉਹ नहीं आए। ਉਹਨਾਂ ਦੀ अपनी मर्जी है, हुण की करिए। ते लगदा ते यही है भी गुरु घर संबंध टुट गया ਉਹਨਾਂ ਦਾ। ਅੱਜ ਤੋਂ ਬਾਅਦ ਸਾਡੇ ਪੁੱਤਰ ਪੁੱਤਰ नहीं ਵਰਤਣਗੇ ਉਹਨਾਂ ਨਾਲ, ਉਹ ਮੀਣੇ ਹਨ ਤੇ ਮੀਣਿਆਂ ਨਾਲ ਸਾਡਾ ਮਿਲਾਪ नहीं ਹੋਣਾ। ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਕਰਦੇ ਸਭ ਨੇ ਵਿਦਾਇਗੀ ਲਈ। ਖਾਲਸਾ ਜੀਓ ਸਾਰੇ ਆਪਣੇ ਘਰਾਂ ਨੂੰ ਜਾਣ ਲੱਗੇ। लगभग 7-8 दिन बाबा मोहन जी, मोहरी जी, इधर कृष्ण चंद जी, माता धनवंती जी मोह पिंड तो आए, उधर गुरु अमरदास, गुरु अंगद देव महाराज जी अंश बंश खडूर साहब तो आए।
ਇਹ ਸਾਰੇ ਆਪਣੇ ਘਰ ਨੂੰ ਜਾਣ ਲੱਗੇ। ਜਦੋਂ ਸਾਰੇ ਆਪਣੇ ਘਰ ਨੂੰ ਜਾ ਰਹੇ, ਕਈ ਮੰਗਤੇ ਆਏ ਤੇ ਸਭ ਗੁਰੂ ਘਰ ਤੋਂ ਬਖਸ਼ਿਸ਼ ਲੈ ਕੇ ਗੁਰੂ ਸਾਹਿਬ ਦੀ ਵਡਿਆਈ ਕਰਦੇ ਕਿਵੇਂ ਜਾ ਰਹੇ ਹਨ ਤੇ ਕਿਵੇਂ ਖਾਲਸੇ ਪ੍ਰਿਥੀ ਚੰਦ ਨੂੰ ਅੱਗ ਲੱਗ ਰਹੀ ਹੈ। ਆਓ ਇਸ ਕਥਾ ਨੂੰ ਸਰਵਣ ਕਰੀਏ। ਸਾਰੇ ਗੁਰੂ ਕੇ ਪਿਆਰੇ ਸ਼ਰਧਾ ਸਤਕਾਰ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰ ਇਮ ਸੁਤ ਵਿਆਹ ਕੈ ਲੀਨੋ ਸੋ ਜਸ ਬਿਲੰਦ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਦਾ ਬਹੁਤ ਸੋਹਣਾ ਵਿਆਹ ਕੀਤਾ। ਆਨੰਦਮਈ ਵਿਆਹ ਹੋਇਆ ਤੇ ਮਹਾਰਾਜ ਜੀ ਦੀ ਬਹੁਤ ਜ਼ਿਆਦਾ ਵਡਿਆਈ ਹੋਈ ਹੈ। ਜਾਚਕ ਜਹ ਕੈ ਕਹਿਤ ਪੇ ਦੇਸ਼ ਵਿਦੇਸ਼ਨ ਬ੍ਰਿੰਦ। ਜਿਹੜੇ ਜਿਹੜੇ ਮੰਗਤੇ ਆਏ ਜਿੱਥੇ ਕਿੱਥੇ ਜਾ ਰਹੇ ਹਨ, ਦੇਸ਼ਾਂ ਵਿਦੇਸ਼ਾਂ ਵਿੱਚੋਂ, ਦੇਸ਼ ਭਾਵ ਇਲਾਕਾ ਅੰਮ੍ਰਿਤਸਰ, ਵਿਦੇਸ਼ ਦੂਰੋਂ ਦੂਰੋਂ, ਲਾਹੌਰ ਤੋਂ, ਗੋਇੰਦਵਾਲ ਸਾਹਿਬ ਤੋਂ, ਹੋਰ ਦੂਰੋਂ ਦੂਰ, ਉਹਨੂੰ ਕਹਿੰਦੇ ਵਿਦੇਸ਼। ਅਸਲ ਦੇਸ਼ ਦਾ ਅੱਖਰੀ ਅਰਥ ਹੈ ਜਿੱਥੇ ਬੰਦਾ ਬੈਠਾ ਹੋਵੇ ਨਾ, ਉਹਦਾ ਦੇਸ਼ ਉਹ ਹੁੰਦਾ ਹੈ। ਸਾਹਿਤ ਭਾਸ਼ਾ ਵਿੱਚ ਦੇਸ਼ ਦਾ ਅਰਥ ਹੈ ਲਗਭਗ ਇਹ 1 ਫੁੱਟ ਜਗ੍ਹਾ ਵਾ, ਜਿੱਥੇ ਬੈਠਾ ਨਾ 1.5 ਫੁੱਟ ਜਗ੍ਹਾ ਇਹੀ ਹੈ। ਤੇ ਸੌਖੀ ਗੱਲ ਸਮਝ ਲਓ, ਕਾਰਜ 3.5 ਹੱਥ, ਘਨੀ ਤਾਂ ਪੌਨੇ 4, ਬਸ ਇਹ ਸਾਡਾ ਦੇਸ਼ ਹੈ। ਇਹ 3.5 ਹੱਥ ਜਾਂ ਪੌਣੇ 4 ਜਿੰਨੀ ਜਗ੍ਹਾ ਅਸੀਂ ਲੈਣੀ ਹੈ ਨਾ ਮਰਨ ਵੇਲੇ, ਉਹ ਦੇਸ਼ ਸਭ ਦਾ ਉਹੀ ਹੈ ਖਾਲਸਾ ਜੀ। ਭਾਵ ਜਿੱਥੇ ਬੰਦੇ ਦਾ ਸਰੀਰ ਪਿਆ ਹੈ, ਲੇਟਿਆ ਹੈ ਜਾਂ ਖੜਾ ਹੈ, ਅਸਲ ਦੇਸ਼ ਉਹ ਹੁੰਦਾ ਹੈ। ਤੇ ਉਸ ਇਲਾਕੇ ਤੋਂ ਜਿਹੜੀਆਂ ਸੰਗਤਾਂ ਆਈਆਂ, ਕੁਝ ਵਿਦੇਸ਼ਾਂ ਤੋਂ ਸੰਗਤਾਂ ਦੂਰੋਂ ਦੂਰੋਂ ਆਈਆਂ, ਤੇ ਜਿਹੜੇ ਜਿਹੜੇ ਮੰਗਤੇ ਆਏ ਸਭ ਕਹਿਣ ਲੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਹੁਤ ਵੱਡੇ ਦਾਨੀ ਹਨ, ਜਿਨ੍ਹਾਂ ਨੇ ਬੜਾ ਖੁੱਲਾ ਦਾਨ ਕੀਤਾ ਹੈ। ਚੋਪਈ ਲੋਕ ਹਜ਼ਾरों ਉਤਸਵ ਦੇਖਾ। ਹਜ਼ਾਰਾਂ ਲੋਕਾਂ ਨੇ ਖਾਲਸਾ ਜੀ ਇਹ ਵਡਿਆਈ ਦੇਖੀ ਕਿ ਮਹਾਰਾਜ ਜੀ ਦਾ ਵਿਆਹ ਆਪਣੀ ਅੱਖੀ ਦੇਖਿਆ ਹੈ। ਸਭ ਹਿਨ ਕੋ ਪਾ ਮੋਦ ਵਿਸ਼ੇਖਾ। ਜਿਨ੍ਹਾਂ ਨੇ ਦਰਸ਼ਨ ਕੀਤੇ ਇਸ ਪਾਵਨ ਵਿਆਹ ਦੇ ਖਾਲਸਾ ਜੀਓ, ਇਹ ਵਿਆਹ ਨਹੀਂ, ਇਹ ਗੁਰਮਤਿ ਸਮਾਗਮ ਹੈ, ਇਹ ਸੰਤ ਸਮਾਗਮ ਹੈ। ਸਾਰੇ ਸੰਤ ਹੀ ਆਏ, ਬਾਬਾ ਮੋਹਰੀ ਜੀ, ਬਾਬਾ ਮੋਹਨ ਜੀ, ਬਾਬਾ ਸੰਸਰਾਮ ਜੀ, ਬਾਬਾ ਆਨੰਦ ਜੀ, ਸਾਰੇ ਸੰਤ ਮਹਾਤਮਾ ਹੀ ਆਏ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ, ਨਾਰਾਇਣ ਦਾਸ ਜੀ, ਰੱਬ ਦੇ ਪਿਆਰੇ ਸਾਰੇ ਸੰਤ ਹੀ ਸਨ। ਜਿਨ੍ਹਾਂ ਜਿਨ੍ਹਾਂ ਨੇ ਵਿਆਹ ਵੇਖਿਆ ਕਹਿਣ ਲੱਗੇ ਅੱਜ ਤਾਂ ਅਸੀਂ ਨਿਹਾਲ ਨਿਹਾਲ ਹੋ ਗਏ ਹਾਂ। ਜਿਤ ਜਿਤ ਦੇਸ਼ ਗੋ ਚਲ ਜੋਈ। ਤੇ ਜਿਹੜਾ ਜਿਹੜਾ ਬੰਦਾ ਜਿਸ ਜਿਸ ਆਪਣੇ ਘਰ ਵੱਲ, ਆਪਣੀ ਜਗ੍ਹਾ ਵੱਲ ਗਿਆ ਹੈ, ਬਿਹਾ ਕਥਾ ਕੋ ਭਾਖਤ ਸੋਈ। ਉਹ ਇਹੀ ਕਹਿੰਦੇ ਜਾ ਰਹੇ, ਭਰਾਵੋ ਦੇਖੋ ਬੜਾ ਸੋਹਣਾ ਵਿਆਹ ਹੋਇਆ ਹੈ, ਇਤਨੇ ਸੰਤ ਮਹਾਤਮਾ ਉੱਥੇ ਆਏ ਹਨ। ਅਪਰ ਪ੍ਰਸੰਗ ਹਟੀ ਜੋ ਸਦਾਈ। ਤੇ ਸਭ ਨੇ ਗੱਲਾਂ ਇਹ ਵੀ ਛੇੜ ਲੀਆਂ ਕਿ ਦੇਖੋ ਸਗਾਈ ਕਿੱਥੋਂ ਟੁੱਟੀ ਸੀ ਤੇ ਕਿਸ ਪਾਸੇ ਹੋ ਗਈ। ਪ੍ਰਸੰਗ ਹੋਰ ਛੇੜਿਆ ਗੁਰਸਿੱਖਾਂ ਨੇ ਕਿ ਦੇਖੋ ਚੰਦੂ ਦੀ ਬੇਟੀ ਸਦਾ ਕੌਰ ਨਾਲ ਜਿਹੜਾ ਰਿਸ਼ਤਾ ਹੋਣ ਲੱਗਾ ਸੀ, ਉਥੋਂ ਰਿਸ਼ਤਾ ਟੁੱਟਿਆ ਹੈ। ਇਸ ਤੇ ਪੀ ਕੇ ਗੁਰ ਵਡਿਆਈ। ਪਰ ਗੁਰੂ ਦੀ ਵਡਿਆਈ ਇਸ ਤੋਂ ਵੱਧ ਹੋਈ। ਦੇਖੋ ਭਾਵੇਂ ਚੰਦੂ ਸ਼ਾਹ ਕਿਸੇ ਬਾਦਸ਼ਾਹ ਦਾ ਦੀਵਾਨ ਹੋਵੇਗਾ, ਪਰ ਦੇਖੋ ਦੋ ਰਿਸ਼ਤੇ ਇੱਕਦਮ ਹੀ ਹੋ ਗਏ। ਤੇ ਕੁਝ 2 ਮਹੀਨੇ ਬਾਅਦ ਬੜਾ ਸੋਹਣਾ ਵਿਆਹ ਹੋਇਆ। इतने संत महात्मा आए हन। आज शाह को महादीवान। देखो ये चंदू शाह जो बादशाह जहांगीर दा वड्डा दीवान है, जिसकी माने आन जहान, जिदी ईन सारा संसार मंदा है। मेरे तिसी सुता
ਕਾ ਨਾਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਦੀ ਬੇਟੀ ਸਦਾ ਕੌਰ ਦਾ ਰਿਸ਼ਤਾ ਮੋੜ ਕੇ ਕਹਿ ਬੋਰੇ ਨ ਮਾਨੀ ਬਾਤਾ। ਚੰਦੂ ਨੇ 2-3 ਵਾਰੀ ਆਖਿਆ ਮਹਾਰਾਜ ਰਿਸ਼ਤਾ ਕਬੂਲ ਕਰ ਲਓ, ਮਹਾਰਾਜ ਜੀ ਮੇਰੀ ਗੱਲ ਮੰਨ ਲਓ, ਤੇ ਸਤਿਗੁਰੂ ਮਹਾਰਾਜ ਜੀ ਨੇ ਉਹਦੀ ਇੱਕ ਨਹੀਂ ਮੰਨੀ। ਇਤ ਦਵੈ ਬੇਰ ਪਠਾਏ ਲਾਗੀ। 1-2 ਵਾਰੀ ਚੰਦੂ ਨੇ ਆਪਣੇ ਲਾਗੀ ਨਾਈ ਅਤੇ ਬ੍ਰਾਹਮਣ ਜੀ ਭੇਜੇ ਸਨ। ਨਹੀਂ ਲੀਨ ਚਿਤ ਚਿੰਤਾ ਜਾਗੀ। ਪਰ ਮਹਾਰਾਜ ਜੀ ਨੇ ਇਹ ਰਿਸ਼ਤਾ ਕਬੂਲ ਨਹੀਂ ਕੀਤਾ, ਕਿਉਂਕਿ ਚੰਦੂ ਖਾਲਸਾ ਜੀ ਦੁਸ਼ਟ ਅਹੰਕਾਰੀ ਹੈ ਤੇ ਉਹਦੇ ਮਨ ਵਿੱਚ ਇਹ ਚਿੰਤਾ ਜਾਗ ਪਈ। ਦਰਬ ਦੇਨ ਕੋ ਕਯੋ ਕਨੇਰੇ। ਤੇ ਇਸ ਚੰਦੂ ਦੁਸ਼ਟ ਨੇ ਆਖਿਆ ਮਹਾਰਾਜ ਜਿਤਨਾ ਮਰਜੀ ਪੈਸਾ ਲੈ ਲਓ ਮੇਰੇ ਤੋਂ, ਬਸ ਇੱਕ ਵਾਰੀ ਮਹਾਰਾਜ ਵਿਆਹ ਕਰ ਲਓ। ਤੇ ਸਤਿਗੁਰ ਕਹਿਣਗੇ ਚੰਦੂ ਅਸੀਂ ਤਾਂ ਲੋਭੀ ਨਹੀਂ, ਮਾਇਆ ਦੇ ਲਾਲਚੀ ਨਹੀਂ, ਸਾਡੇ ਕੋਲ ਤਾਂ ਗੁਰਸਿੱਖਾਂ ਦੀ ਭੇਟਾ ਜਿਹੜੀ ਥੋੜੀ ਬਹੁਤੀ ਆਉਂਦੀ ਹੈ ਨਾ, ਅਸੀਂ ਉਸ ਤੇ ਹੀ ਆਪਣਾ ਖਰਚਾ ਚਲਾ ਕੇ ਆਪਣੇ ਆਪ ਸੰਤੁਸ਼ਟ ਰਹਿੰਦੇ ਹਾਂ। ਕਰੋ ਕਾਜ ਮੈਂ ਸ਼ਾਹ ਸੁਨੇਰੇ। ਤੇ ਚੰਦੂ ਇਹ ਵੀ ਕਹਿਣ ਲੱਗਾ ਜੀ ਤੁਹਾਡਾ ਕੋਈ ਵੀ ਕੰਮ ਅੜ ਜਾਵੇਗਾ ਨਾ ਤੇ ਬਾਦਸ਼ਾਹ ਨੂੰ ਕਹਿ ਕੇ ਮੈਂ ਤੁਹਾਡੇ ਸਾਰੇ ਕੰਮ ਕਰਾ ਦਾਂਗਾ, ਕਿਉਂਕਿ ਬਾਦਸ਼ਾਹ ਦੇ ਮੈਂ ਨੇੜੇ ਹਾਂ, ਮੈਂ ਬਾਦਸ਼ਾਹ ਦਾ ਖਾਸ ਦੀਵਾਨ ਹਾਂ। ਕਉ ਨ ਸ਼੍ਰੀ ਅਰਜਨ ਮਨ ਮਾਨੀ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਦੀ ਇੱਕ ਵੀ ਨਹੀਂ ਮੰਨੀ। ਜਾਣਿਓ ਮੂੜ ਮਹਾ ਮਨ ਮਾਨੀ। ਸਤਿਗੁਰ ਮਹਾਰਾਜ ਜੀ ਨੇ ਆਪਣੇ ਮਨ 'ਚ ਵਿਚਾਰਿਆ ਕਿ ਇਹ ਬੰਦਾ ਤੇ ਮੂਰਖ ਹੈ, ਬਹੁਤ ਅਹੰਕਾਰੀ ਹੈ, ਕਰ ਹੰਕਾਰ ਜੋ ਬੋਲ ਬਿਗਾਰੀ। ਤੇ ਇਸ ਨੇ ਅਹੰਕਾਰ ਕਰਕੇ ਜਿਹੜੇ ਬਚਨ ਕੀਤੇ ਹਨ, ਜਿਹੜਾ ਬਚਨ ਬੋਲਿਆ ਹੈ ਤੇ ਉਸ ਨੇ ਇਹਦਾ ਕਾਰਜ ਵਿਗਾੜਿਆ ਹੈ। ਸਿੱਖਨ ਪਨੇ ਲਖੀ ਗੁਰਦਾਰੀ। ਤੇ ਖਾਲਸਾ ਜੀ ਸਿੱਖਾਂ ਨੇ ਆਖਿਆ ਸੀ, ਦਿੱਲੀ ਦੀ ਸੰਗਤਾਂ ਨੇ ਮਹਾਰਾਜ ਜੀ ਇਹ ਚੰਦੂ ਦੁਸ਼ਟ ਹੈ, ਅਹੰਕਾਰੀ ਹੈ, ਇਹ ਕਹਿੰਦਾ ਹੈ ਤੁਸੀਂ ਚਬਾਰੇ ਦੀ ਇੱਟ ਮੋਰੀ ਨੂੰ ਲਾਏ, ਤੇ ਮਹਾਰਾਜ ਆਪਣੇ ਆਪ ਨੂੰ ਵੱਡਾ ਦੱਸਦਾ ਹੈ ਕਿ ਮੈਂ ਚਵਾਰਾ ਹਾਂ, ਤੇ ਗੁਰੂ ਘਰ ਨੀਵਾਂ ਹੈ, ਗੁਰੂ ਘਰ ਮੋਰੀ ਹੈ ਮਹਾਰਾਜ। ਇਸ ਕਰਕੇ ਸਤਿਗੁਰ ਸਾਡੀ ਬੇਨਤੀ ਹੈ ਕਿ ਇਹਦੀ ਬੇਟੀ ਦਾ ਰਿਸ਼ਤਾ ਸਤਿਗੁਰ ਜੀ ਕਬੂਲ ਨਾ ਕਰਨਾ, ਇਹ ਬੰਦਾ ਦੁਸ਼ਟ ਅਹੰਕਾਰੀ ਹੈ। ਕਰਿਓ ਅਨਾਦਰ ਨੀਚ ਸਮਾਨਾ। ਤੇ ਇਸ ਨੇ ਗੁਰੂ ਘਰ ਦਾ ਅਨਾਦਰ ਕੀਤਾ ਹੈ, ਅਪਮਾਨ ਕੀਤਾ ਹੈ, ਗੁਰੂ ਘਰ ਨੂੰ ਨੀਵਾ ਦਿਖਾਇਆ ਹੈ। ਮਾਨ ਮਹਾਨ ਠਾਨ ਤੋ ਮਾਨਾ। ਸਤਿਗੁਰ ਜੀ ਇਹਨੇ ਆਪਣੇ ਆਪ ਤੇ ਬੜਾ ਮਾਨ ਕੀਤਾ ਹੈ, ਇਸ ਕਰਕੇ ਆਪਣੇ ਆਪ ਨੂੰ ਵੱਡਾ ਕਹਿ ਕੇ ਗੁਰੂ ਘਰ ਨੂੰ ਨੀਵਾ ਕਹਿ ਰਿਹਾ ਹੈ। ਕੁਲ ਖਤਰੀਨ ਜਾਂ ਕੈ ਜੋਈ। ਤੇ ਜਿਹੜੇ ਮੰਗਤੇ ਜਾ ਰਹੇ ਇਹੀ ਗੱਲਾਂ ਕਰਦੇ। ਦੇਖੋ ਜੀ ਇਹ ਚੰਦੂ ਭਾਵੇਂ ਖੱਤਰੀ ਹੈ ਤੇ ਜਿੱਥੇ ਕਿੱਥੇ ਖੱਤਰੀਆਂ ਦੀ ਕੁੱਲ ਹੈ, ਆਨ ਪਈ ਚੰਦੂ ਕੀ ਸੋਈ। ਤੇ ਉੱਥੇ ਉੱਥੇ ਖੱਤਰੀਆਂ ਦੀ ਕੁੱਲ ਵਿਖੇ ਖਾਲਸਾ ਜੀਓ ਚੰਦੂ ਦੀ ਹਾਨੀ ਹੋਈ, ਚੰਦੂ ਦਾ ਨੁਕਸਾਨ ਹੋਇਆ, ਇਹਦੀ ਨਰਾਦਰੀ ਹੋਈ ਹੈ। ਦਿੱਲੀ ਲਵਪੁਰ ਆਦਿਕ ਸਾਰੇ। ਦਿੱਲੀ ਲਾਹੌਰ ਆਦਿਕ ਸਭ ਇਲਾਕਿਆਂ ਵਿੱਚ ਕਹੇ ਵਿਚਾਰੇ ਸਾਰ ਅਸਾਰੇ। ਸਭ ਖੱਤਰੀ ਵਿਚਾਰ ਕਰਦੇ ਇਹ ਸਾਰ ਕੀ ਹੈ ਤੇ ਅਸਾਰ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਸਭ ਇਹੀ ਵਿਚਾਰ ਕਰ ਰਹੇ ਹਨ। ਸਿੱਖ ਸੰਗਤ ਭੇਜੀ ਅਰਦਾਸ। ਜਿਹੜੇ ਮੰਗਤੇ ਜਾ ਰਹੇ ਗੱਲਾਂ ਉਹ ਕਰਦੇ ਪਏ ਖਾਲਸਾ ਜੀ, ਕਿ ਜਿਹੜੀ ਸਿੱਖ ਸੰਗਤਾਂ ਨੇ, ਦਿੱਲੀ ਦੀ ਸੰਗਤਾਂ ਨੇ ਆਪਣੇ ਵੱਲੋਂ ਅਰਦਾਸ ਲਿਖ ਕੇ ਭੇਜੀ ਹੈ। ਤਿਨੋਂ ਕਈ ਮਾਨੀ ਲਖ ਦਾਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਖਾਲਸਾ ਜੀ ਉਹਨਾਂ ਸੰਗਤਾਂ ਦੀ ਗੱਲ ਨੂੰ ਮੰਨ ਲਿਆ ਕਿ ਅਸੀਂ ਸੰਗਤ ਦੇ ਦਾਸ ਹਾਂ, ਇਹ ਸੰਗਤ ਪਰਮੇਸ਼ਰ ਰੂਪ ਹੈ, ਸੰਗਤ ਦੀ ਗੱਲ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਹੈ। ਸੋ ਕਹਿ ਰਹੇ ਹੋ ਫਿਰੇ ਨਹੀਂ ਫੇਰੇ। ਚੰਦੂ ਨੇ ਕਈ ਵਾਰੀ ਆਖਿਆ ਮਹਾਰਾਜ ਮੇਰੀ ਬੇਟੀ ਦਾ ਰਿਸ਼ਤਾ ਕਬੂਲ ਕਰ ਲੋ, ਮੇਰੀ ਗੱਲ ਮੰਨ ਲੋ, ਪਰ ਮਹਾਰਾਜ ਜੀ ਨੇ ਖਾਲਸਾ ਜੀ ਆਪਣੇ ਬਚਨ ਤੋਂ ਫਿਰੇ ਨਹੀਂ, ਮੁੜੇ ਨਹੀਂ। ਮਹਾਰਾਜ ਜੋ ਬਚਨ ਕਰਤਾ ਸੋ ਕਰਤਾ, ਮਹਾਰਾਜ ਜੀ ਉਸ ਤੋਂ ਫਿਰੇ ਨਹੀਂ, ਪਰੇ ਨਹੀਂ ਹਟੇ। ਸੁਤ ਕੇ ਅਪਰ ਥਾਨ ਕੀਏ ਫੇਰੇ। ਦੇਖੋ ਰੱਬ ਦੇ ਪਿਆਰਿਓ,
ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਬੇਟੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਫੇਰੇ ਲਾਵਾਂ ਫੇਰੇ ਕਿਸੇ ਹੋਰ ਥਾਂ ਤੇ ਕਰਕੇ ਪ੍ਰਿਥੀਏ ਨਿਕਟ ਜਾਏ ਨਰ ਜੋਈ। ਦੇਖੋ ਇਤਨਾ ਸੋਹਣਾ ਵਿਆਹ ਇਹ ਹੋਇਆ ਹੈ। ਜਦੋਂ ਮੰਗਤੇ ਘਰਾਂ ਨੂੰ ਜਾ ਰਹੇ ਸਨ ਤੇ ਉਹਨਾਂ ਜੋ ਕਿਸੇ ਨੇ ਸੁਣ ਲਿਆ, ਜੋ ਪ੍ਰਿਥੀ ਚੰਦ ਦਾ ਹਿਮੈਤੀ ਸੀ ਖਾਲਸਾ ਜੀ, ਤੇ ਉਸ ਨੇ ਸਾਰੀ ਗੱਲ ਜਾ ਕੇ ਪ੍ਰਿਥੀ ਚੰਦ ਨੂੰ ਇਸ ਤਰ੍ਹਾਂ ਦੱਸੀ ਹੈ। ਕਹੇ ਬੋਤ ਜੈਸੇ ਹਿਤ ਜੋਈ। ਤੇ ਸਾਰੀ ਗੱਲਾਂ ਦਸੀਆਂ ਖੋਲ ਕੇ। ਜਿਹੜਾ ਇੱਧਰ ਵਿਆਹ ਹੋਇਆ ਬੜਾ ਸੋਹਣਾ ਵਿਆਹ ਹੋਇਆ ਹੈ, ਖੁੱਲਾ ਡੁੱਲਾ ਬੜਾ ਸੋਹਣਾ ਖਾਲਸ ਆਨੰਦਮਈ ਵਿਆਹ ਹੋਇਆ ਹੈ, ਉਹ ਸਾਰੀਆਂ ਗੱਲਾਂ ਖੋਲ ਕੇ ਦਸੀਆਂ। ਕੀਰਤ ਨਹੀਂ ਅਨੁਜ ਕੀ ਜਰੇ। ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਗੁਰਸਿੱਖਾਂ ਨੇ, ਜੋ ਇਹਨਾਂ ਦੇ ਸਿੱਖ ਸਨ, ਪ੍ਰਿਥੀ ਚੰਦ ਦੇ ਸਿੱਖਾਂ ਨੇ ਦੱਸਿਆ ਇਹਨੂੰ ਕਿ ਸਾਡੇ ਗੁਰੂ ਜੀ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਦੀ ਬੇਟੇ ਦਾ ਕਿਤਨਾ ਸੋਹਣਾ ਵਿਆਹ ਹੋਇਆ ਹੈ, ਕਿਤਨੇ ਸੰਤ ਮਹਾਤਮਾ ਆਏ। ਜਦੋਂ ਵਡਿਆਈ ਸੁਣੀ ਨਾ ਆਪਣੇ ਛੋਟੇ ਭਰਾ ਦੀ ਤੇ ਅੰਦਰੋਂ ਸੜ ਬਲ ਗਿਆ। ਬਿਨਾ ਹੁਤਾਸਨ ਹੀਓ ਜਰੈ। ਬਿਨਾ ਹੁਤਾਸਨ, ਹੁਤਾਸਨ ਕਹਿੰਦੇ ਅੱਗ, ਬਿਨਾ ਅੱਗ ਤੋਂ ਆਪਣਾ ਹਿਰਦਾ ਸਾੜਦਾ ਪਿਆ ਹੈ। ਇਹ ਈਰਖਾ ਦੀ ਅੱਗ, ਨਫ਼ਰਤ ਦੀ ਅੱਗ ਨਾਲ ਇਹਦਾ ਹਿਰਦਾ ਸੜਦਾ ਪਿਆ ਹੈ। ਅੰਦਰੋਂ ਇਤਨਾ ਸੜ ਰਿਹਾ ਹੈ, ਅੰਦਰ ਕੋਈ ਅੱਗ ਵੀ ਨਹੀਂ ਬਲਦੀ ਪਈ ਖਾਲਸਾ ਜੀਓ। ਚਿਤਵੈ ਜਤਨ ਅਨੇਕ ਪ੍ਰਕਾਰਾ। ਬਾਰ-ਬਾਰ ਇਹੀ ਸੋਚ ਰਿਹਾ ਵੀ ਕਿਸ ਤਰੀਕੇ ਨਾਲ ਇਹਨਾਂ ਨੂੰ ਮਰਵਾ ਦੇਵਾਂ। ਇਹੀ ਬਾਰ-ਬਾਰ ਯਤਨ ਕਰ ਰਿਹਾ ਹੈ ਕਿ ਕਿਹੜਾ ਉਪਾਅ ਕਰਾਂ ਕਿ ਮੇਰਾ ਦੁਸ਼ਮਣ ਮਰ ਜਾਵੇ। ਉਚ ਨਾ ਸਰੀ ਦੁਸ਼ਮਨ ਸੋ ਕਾਰਾ। ਅਜੇ ਤੱਕ ਮੇਰਾ ਕੰਮ ਵੀ ਪੂਰਾ ਨਹੀਂ ਹੋਇਆ, ਨਾ ਮੇਰਾ ਦੁਸ਼ਮਣ ਮਰਿਆ ਹੈ, ਨਾ ਇਹ ਮੇਰਾ ਕੰਮ ਪੂਰਾ ਹੋਇਆ ਹੈ। ਦਿਨ ਪ੍ਰਤ ਵਧਿਓ ਆਨੰਦ ਬਿਲੰਦੂ। ਦੇਖੋ ਮੇਰੇ ਦੁਸ਼ਮਣ ਦੇ ਘਰ ਦਿਨ ਪ੍ਰਤੀ ਦਿਨ ਆਨੰਦ ਹੀ ਆਨੰਦ ਵੱਧ ਰਿਹਾ ਹੈ। ਜਿਉ ਸਾਗਰ ਪਿਖ ਪੂਰਨ ਚੰਦੂ। ਇਹ ਸਾਗਰ ਸਮੁੰਦਰ ਪੂਰਨਮਾਸ਼ੀ ਦੇ ਦਿਨ ਖਾਲ ਜਦੋਂ ਵੇਖਦਾ ਪੂਰਾ ਚੰਦਰਮਾ ਹੈ ਤੇ ਉਛਾਲੇ ਮਾਰਦਾ ਖਾਲਸਾ ਜੀ। ਇਹ ਕਿਰਿਆ ਹੈ ਖਾਲਸਾ ਜੀ। ਅੱਜ ਵੀ ਜਦੋਂ ਪੂਰਨਮਾਸ਼ੀ ਦਾ ਚੰਦਰਮਾ ਹੁੰਦਾ ਨਾ, ਅੱਜ ਪੂਰਨਮਾਸ਼ੀ ਹੈ, ਅੱਜ ਸਾਗਰ ਉਛਾਲਾ ਮਾਰੇਗਾ ਖਾਲਸਾ ਜੀ। ਕਿਵੇਂ ਉਛਾਲਾ ਮਾਰੇਗਾ? ਮੈਂ ਫੜ ਲਵਾਂ ਚੰਦਰਮਾ ਨੂੰ, ਤੇ ਚੰਦਰਮਾ ਕੌਣ ਹਨ? ਗੁਰੂ ਅਰਜਨ ਦੇਵ ਮਹਾਰਾਜ। ਸਾਗਰ ਕੌਣ ਹੈ? ਖੁਸ਼ੀਆਂ ਦੀ ਲਹਿਰਾਂ। ਖੁਸ਼ੀਆਂ ਦੀ ਲਹਿਰਾਂ ਬਾਰ-ਬਾਰ ਗੁਰੂ ਘਰ ਆ ਰਹੀਆਂ ਤੇ ਇਹ ਵੇਖ ਕੇ ਪ੍ਰਿਥੀ ਚੰਦ ਸੜ ਰਿਹਾ ਹੈ। ਮੈਂ ਨਿਤ ਨਿਬਲ ਪਰਿਓ ਦੁੱਖ ਪਰਿਓ। ਅੰਦਰ ਸੋਚਦਾ ਹੈ ਕਿ ਰੋਜ਼ ਮੈਂ ਸੋਚਦਾ ਹਾਂ ਮਰ ਜਾਵੇ ਮੇਰਾ ਦੁਸ਼ਮਣ, ਪਰ ਇਹ ਮਨ ਰਹੀ ਦਿਆ। ਸੁਤ ਪਿਤ ਮੈਂ ਤੇ ਏਕਨ ਮਰਿਓ। ਏਕ ਨਾ ਮਰਿਓ। ਦੇਖੋ ਨਾ ਇਹਨਾਂ ਦਾ ਪੁੱਤਰ ਮਰਿਆ ਤੇ ਨਾ ਇਹ ਆਪ ਮਰੇ ਹਨ। ਦੋਵਾਂ ਚੋਂ ਅਜੇ ਤੱਕ ਇੱਕ ਵੀ ਨਹੀਂ ਮਰਿਆ। ਗਇਓ ਨਾ ਗਇਓ ਛਾਟਿਦ ਗਏ। ਨਾ ਮੇਰੇ ਤੋਂ ਪਕੜੇ ਗਏ ਹਨ, ਨਾ ਸੁਲੀ ਖਾਨ ਨੇ ਪਕੜ ਕੇ ਇਹਨਾਂ ਨੂੰ ਬਾਦਸ਼ਾਹ ਕੋਲ ਪੇਸ਼ ਕੀਤਾ ਗਿਆ ਹੈ। ਦੇਖੋ ਕਿਤਨੀ ਵਡਿਆਈ ਹੋ ਰਹੀ ਹੈ ਇਹਨਾਂ ਦੀ। ਸੁਲਈ ਆਦ ਨ ਕੁਛ ਕਰ ਲਿਓ। ਨਾ ਹੀ ਮੇਰੇ ਮਿੱਤਰ ਸੁਲੀ ਖਾਨ ਨੇ ਕੁਛ ਕੀਤਾ ਹੈ। ਜਤਨ ਰਚੋ ਅਬ ਪ੍ਰਾਪਤ ਘਾਤ। ਮੈਂ ਸੋਚ ਰਿਹਾ ਖਾਲਸਾ ਜੀਓ, ਹੁਣ ਐਸਾ ਯਤਨ ਕਰਾਂ ਕਿਸੇ ਤਰੀਕੇ ਨਾਲ ਘਾਤ ਕਰਕੇ ਇਹਨਾਂ ਨੂੰ ਮਰਵਾ ਦਵਾਂ। ਜਿਸ ਤੇ ਹੋਏ ਸ਼ਤਰੂ ਕੋ ਘਾਤ। ਇਸ ਕਰਕੇ ਮੇਰੇ ਸ਼ਤਰੂ ਦਾ ਘਾਤ ਹੋ ਜਾਵੇ। ਘਾਤ ਕਹਿੰਦੇ ਖਤਮ ਹੋ ਜਾਵੇ, ਮਰ ਜਾਵੇ। ਮੇਰਾ ਸ਼ਤਰੂ, ਮੇਰਾ ਦੁਸ਼ਮਣ ਇਹ ਖਤਮ ਹੋ ਜਾਵੇ। ਸੁਲਈ ਸੋ ਲਿਖ ਕੇ ਇੱਕ ਵਾਰੀ। ਇੱਕ ਵਾਰੀ ਮੈਂ ਸੁਲੀ ਖਾਨ ਨੂੰ ਲਿਖਾਂ ਤੇ ਸਹੀ। ਮੰਗਵਾਵੋ ਇਸ ਥਲ ਅਸਵਾਰੀ। ਤੇ ਇਸ ਥਾਂ ਤੇ ਮੈਂ ਸੁਲੀ ਖਾਨ ਦੀ ਅਸਵਾਰੀ ਮੰਗਾਵਾਂ ਕਿ ਸੁਲੀ ਖਾਨ ਫੌਜਾਂ ਸਹਿਤ ਆਵੇ, ਮੇਰੇ ਦੁਸ਼ਮਣ ਨੂੰ ਮਾਰ ਦਵੇ। ਜੇਕਰ ਆਪਣੋ ਪ੍ਰਕਰਮ ਧਰੇ। ਜੇਕਰ ਸੁਲੀ ਖਾਂ ਆਪਣਾ ਬਲ ਧਾਰਨ ਕਰਕੇ ਇੱਧਰ ਆ ਜਾਵੇ, ਆਨ ਇਹਾਂ ਅਰਜਨ ਕੋ ਧਰੇ। ਇੱਥੇ ਆ ਕੇ ਮੇਰੇ ਦੁਸ਼ਮਣ ਨੂੰ ਧਰੇ, ਕਹਿੰਦੇ ਫੜ ਲਵੇ, ਮੇਰੇ ਦੁਸ਼ਮਣ ਨੂੰ ਫੜ ਕੇ ਲੈ ਜਾਵੇ।
ਮਿਲ ਮਸਲਤ ਕਰ ਕੈ ਸੰਗ ਚੰਦੂ ਤੇ ਇਸ ਤਰ੍ਹਾਂ ਮੈਂ ਚੰਦੂ ਨਾਲ ਵੀ ਸਲਾਹ ਕਰਾਂ ਜਾਂ ਸੁਲੀ ਖਾਂ ਚੰਦੂ ਨਾਲ ਸਲਾਹ ਮਸ਼ਵਰਾ ਕਰਕੇ ਦੋਵੇਂ ਆਣ, ਦੋਵੇਂ ਫੜ ਕੇ ਲੈ ਜਾਣ ਮੇਰੇ ਦੁਸ਼ਮਣ ਨੂੰ। ਕਹੇ ਇਸੇ ਰਾਹੂ ਜਿਮ ਇੰਦੂ ਤੇ ਜਿਵੇਂ ਰਾਹੂ ਕੇਤੂ ਖਾਲਸਾ ਜੀਓ, ਰਾਹੂ ਗ੍ਰਸਤਾ ਹੈ ਚੰਦਰਮਾ ਨੂੰ, ਤੇ ਚੰਦਰਮਾ ਕੌਣ? ਗੁਰੂ ਅਰਜਨ ਦੇਵ ਮਹਾਰਾਜ। ਤੇ ਰਾਹੂ ਕੀ ਹੈ? ਇਹ ਦੁਸ਼ਟ ਚੰਦੂ ਹੈ ਖਾਲਸਾ ਜੀਓ, ਦੁਸ਼ਟ ਇਹ ਸੁਲੀ ਖਾਂ ਵਰਗੇ ਹਨ। ਪਰ ਖਾਲਸਾ ਜੀ ਕਦੀ ਵੀ ਚੰਦਰਮਾ ਦੀ ਹਾਨੀ ਨਹੀਂ ਹੁੰਦੀ। ਭਾਵੇਂ ਚੰਦਰਮਾ 'ਚ ਦੋਸ਼ ਹੋਵੇਗਾ ਪਰ ਗੁਰੂ ਸਾਹਿਬ ਵਿੱਚ ਕੋਈ ਦੋਸ਼ ਨਹੀਂ ਖਾਲਸਾ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਗੁਰ ਅਰਜਨ ਪ੍ਰਤੱਖ ਹਰ, ਇਹਨਾਂ ਵੱਲ ਕੋਈ ਰਾਹੂ ਕੇਤੂ ਨਹੀਂ ਆ ਸਕਦਾ। ਇਮ ਵਿਚਾਰ ਲਿਖ ਬੇ ਲਗ ਪਾਤੀ ਤੇ ਇਸ ਤਰ੍ਹਾਂ ਸਾਰੀ ਵਿਚਾਰ ਕਰਕੇ ਪ੍ਰਿਥਵੀ ਨੇ ਇੱਕ ਚਿੱਠੀ ਲਿਖੀ ਹੈ। ਰਿਸ਼ਤੇ ਨਿਸ ਦਿਨ ਸੁਲਗਤ ਛਾਤੀ ਅੰਦਰੋਂ ਸੜ ਬਲ ਰਿਹਾ ਖਾਲਸਾ ਜੀ, ਅੰਦਰੋਂ ਸੜੇਵੇਂ ਕਰਕੇ ਈਰਖਾ ਕਰਕੇ ਇਹਦੀ ਛਾਤੀ ਸੜ ਰਹੀ ਹੈ। ਲਿਖ ਤੁਮ ਪ੍ਰਿਥਿਆ ਮਲ ਸੁਨ ਮੀਤ ਸਤਨਾਮ। ਸ੍ਰੀ ਵਾਹਿਗੁਰੂ। ਹੁਣ ਚਿੱਠੀ ਲਿਖਣ ਲਗਾ ਆਪਣੇ ਹੱਥੀ। ਲਿਖਤਮ, ਲਿਖਤਮ ਕਹਿੰਦੇ ਮੈਂ ਲਿਖ ਰਿਹਾ ਹਾਂ ਕਿ ਪ੍ਰਿਥੀ ਚੰਦ ਪ੍ਰਿਥੀ ਮਲ ਇਹ ਆਪ ਜੀ ਵੱਲ ਅਰਜੀ ਲਿਖ ਰਿਹਾ ਹੈ। ਚਿਤਵੋ ਚੀਤ ਨੀਤ ਕਰ ਪ੍ਰੀਤ ਮੇਰੇ ਮਿੱਤਰ ਸੁਲੀ ਖਾਂ, ਤੈਨੂੰ ਮੈਂ ਰੋਜ਼ ਚੇਤੇ ਕਰਦਾ ਹਾਂ। ਮੇਰਾ ਪਿਆਰ ਤੇਰੇ ਉੱਤੇ ਹੈ, ਮੇਰੇ ਮਨ ਵਿੱਚ ਤੇਰੇ ਪ੍ਰਤੀ ਇਤਨਾ ਪ੍ਰੇਮ ਹੈ ਕਿ ਤੈਨੂੰ ਮੈਂ ਰੋਜ਼ ਚੇਤੇ ਕਰਦਾ ਹਾਂ। ਸਕਲ ਕਾਜ ਕੀ ਨਸਤੈ ਮੋਰਾ ਤੇ ਪਹਿਲੇ ਤੁਸੀਂ ਸਾਰੇ ਮੇਰੇ ਕਾਰਜ ਕੀਤੇ ਹਨ। ਇਹ ਨਾ ਪਇਓ ਕਬ ਰਿਪ ਮੁਖ ਮੋਰਾ ਤੁਸੀਂ ਮੇਰੇ ਤੋਂ ਕਦੀ ਮੁਖ ਨਹੀਂ ਮੋੜਿਆ, ਪਰ ਇਹ ਕੰਮ ਨਹੀਂ ਹੋਇਆ ਅਜੇ ਤੱਕ। ਇਹ ਕੰਮ ਕਰਨਾ ਹੈ ਕਿ ਮੇਰੇ ਦੁਸ਼ਮਣ ਦਾ ਮੁਖ ਮੋੜ ਦਵੋ। ਤੈ ਅਰ ਮੈਂ ਮਿਲ ਕਰੇ ਉਪਾਇਆ ਤੁਸੀਂ ਅਤੇ ਮੈਂ ਮਿਲ ਕੇ ਬੜੇ ਉਪਾਅ ਕੀਤੇ ਹਨ। ਨਹੀਂ ਅਨੁਜ ਤੇ ਗੁਰ ਪਦ ਪਾਇਆ ਪਰ ਆਪਣੇ ਛੋਟੇ ਭਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਮੈਂ ਗੁਰਿਆਈ ਪ੍ਰਾਪਤ ਨਹੀਂ ਕੀਤੀ ਅਜੇ ਤੱਕ। ਮਿਹਰਬਾਨਗੀ ਚਾਹਤ ਤੋਰੀ ਏ ਮੇਰੇ ਮਿੱਤਰ ਸੁਲੀ ਖਾਂ, ਮੈਂ ਤੇਰੀ ਮਿਹਰਬਾਨਗੀ ਚਾਹੁੰਦਾ ਹਾਂ। ਤੂੰ ਮੇਰੇ ਤੇ ਮਿਹਰ ਕਰ, ਕਿਰਪਾ ਕਰ, ਮੈਨੂੰ ਗੁਰੂ ਬਣਵਾ ਦੇ। ਕਬੋਂ ਦੇ ਰਿਪ ਧੀਰਜ ਤੋਰੀ ਤੇ ਫਿਕਰ ਨਾ ਕਰ, ਜੋ ਤੂੰ ਕਵੇਗਾ ਮੈਂ ਤੇਰਾ ਕੰਮ ਕਰ ਜਾਵਾਂਗਾ, ਪਰ ਮੇਰੇ ਦੁਸ਼ਮਣ ਨੂੰ ਮਾਰ ਕੇ ਮੈਨੂੰ ਹੌਸਲਾ ਪੈਦਾ ਕਰ। ਵਤਿਓ ਜਗਤ ਮੈਂ ਅਧਿਕ ਪ੍ਰਤਾਪੂ ਦੇਖੋ ਉਹਨਾਂ ਦਾ ਕਿੰਨਾ ਪ੍ਰਤਾਪ ਵੱਧ ਰਿਹਾ ਹੈ। ਰੋਜ਼ ਸੰਗਤਾਂ ਵੱਧ ਰਹੀਆਂ ਉਹਨਾਂ ਦੀਆਂ। ਹਰਮੰਦਰ ਸਾਹਿਬ ਲੱਖਾਂ ਸੰਗਤਾਂ ਆਉਂਦੀਆਂ ਹਨ। ਕਿੰਨਾ ਪ੍ਰਤਾਪ ਵੱਧ ਰਿਹਾ ਉਹਨਾਂ ਦਾ। ਦੇਖਤ ਸੁਨਤ ਮੋਏ ਔਰ ਤਾਪੂ ਤੇ ਉਹਨਾਂ ਦੀ ਐਸੀ ਵਡਿਆਈ ਵੇਖ ਵੇਖ ਕੇ, ਸੁਣ ਸੁਣ ਕੇ ਤੇ ਮੇਰਾ ਪ੍ਰਤਾਪ ਘਟ ਰਿਹਾ ਹੈ, ਉਹਨਾਂ ਦਾ ਪ੍ਰਤਾਪ ਵੱਧ ਰਿਹਾ ਹੈ। ਆਏ ਇਤੋਂ ਕਰ ਕਾਜ ਹਮਾਰੇ ਤੁਸੀਂ ਆਓ ਤਾਂ ਸਹੀ, ਮੇਰਾ ਕੰਮ ਕਰ ਦੋ। ਦੇਹੋ ਗੁਰਤਾ ਅਰਜਨ ਕੋ ਮਾਰੇ ਮੇਰੇ ਮਿੱਤਰ ਸੁਲੀ ਖਾਂ, ਮੇਰੇ ਤੇ ਉਪਕਾਰ ਕਰ ਕਿ ਗੁਰਿਆਈ ਮੈਨੂੰ ਦਵਾ ਦੇ। ਮੇਰੇ ਭਰਾ, ਛੋਟੇ ਭਰਾ ਨੂੰ, ਗੁਰੂ ਅਰਜਨ ਦੇਵ ਮਹਾਰਾਜ ਨੂੰ ਮਾਰ ਕੇ ਮੈਨੂੰ ਗੁਰੂ ਬਣਾ ਦੇ। ਤੋ ਪਰ ਮੋਏ ਵਿਸਾਲ ਭਰੋਸਾ ਏ ਮਿੱਤਰ, ਤੇਰੇ ਉੱਤੇ ਮੈਨੂੰ ਬੜਾ ਭਰੋਸਾ ਹੈ ਕਿ ਮੇਰਾ ਕੰਮ ਇਹੀ ਪੂਰਾ ਕਰੇਗਾ। ਵਤਿਓ ਸ਼ਤਰੂ ਲਖ ਕੀ ਜੇ ਰੋਸਾ ਤੇ ਤੁਸੀਂ ਵੀ ਜਾਣੋ, ਤੁਸੀਂ ਵੀ ਰੋਸ ਕਰੋ ਕਿ ਮੇਰੇ ਦੁਸ਼ਮਣ ਬਹੁਤ ਜ਼ਿਆਦਾ ਵੱਧ ਰਹੇ ਹਨ। ਇਮਲਿਕ ਦਿੱਲੀ ਪਠਲਕਾਰਾ ਇਸ ਤਰ੍ਹਾਂ ਸੁਲੀ ਖਾਂ ਨੂੰ ਪੱਤਰਕਾ ਲਿਖ ਕੇ, ਚਿੱਠੀ ਲਿਖ ਕੇ ਖਾਲਸਾ ਜੀਓ ਦਿੱਲੀ ਵੱਲ ਹਲਕਾਰੇ ਹੱਥ ਭੇਜੀ ਹੈ। ਦਿਓ ਇਨਾਮ ਕਰੋ ਏਕਾਰਾ ਚਿੱਠੀ ਲਿਖ ਕੇ ਬੰਦ ਕੀਤੀ ਇਸਨੇ ਤੇ ਬੰਦ ਕਰ ਕਹਿਣ ਲੱਗਾ, ਹਲਕਾਰਾ ਜੀ ਚਿੱਠੀ ਲੈ ਜਾਓ, ਦਿੱਲੀ ਲੈ ਜਾਓ। ਜੇ ਮੇਰਾ ਕੰਮ ਹੋ ਗਿਆ ਨਾ, ਤੁਹਾਨੂੰ ਮੈਂ ਬੜਾ ਇਨਾਮ ਦਵਾਂਗਾ। ਜੇ ਮੈਂ ਗੁਰੂ ਬਣ ਗਿਆ ਤੇ ਤੁਹਾਨੂੰ ਮਾਲੋ ਮਾਲ ਕਰ ਦਵਾਂਗਾ। ਤੁਸੀਂ ਚਿੱਠੀ ਦਿੱਲੀ ਲੈ ਜਾਓ।
ਸੁਨ ਤੂਰਨ ਗਮਨਿਓ ਮਦ ਮਾਉ ਉਹ ਲਾਲਚੀ ਹਲਕਾਰਾ ਖਾਲਸਾ ਜੀ ਫਟਾਫਟ ਦਿੱਲੀ ਗਿਆ ਤੇ ਦਿੱਲੀ ਦੇ ਰਾਹ ਪੈ ਕੇ ਚਿੱਠੀ ਲੈ ਕੇ ਜਾ ਰਿਹਾ ਹੈ। ਪਹੁੰਚਿਓ ਪੁਰੀ ਮਹਾਨ ਉਮਾਉ ਮਹਾਨਪੁਰੀ ਦਿੱਲੀ ਦਾ ਇਲਾਕਾ ਜਦੋਂ ਉੱਥੇ ਪਹੁੰਚਿਆ ਬੜੇ ਸ਼ੌਂਕ ਨਾਲ ਮਿਲਿਓ ਸਲਾਮ ਕੀਨੋਏ ਦੀਨ ਤੇ ਇਸ ਨੇ ਜਾਂਦੇ ਸਾਰ ਚੰਦੂ ਨੂੰ ਸਲਾਮ ਕੀਤੀ ਹੈ ਤੇ ਪੱਤਰਕਾ ਉਹਦੇ ਹੱਥ ਤੇ ਧਰੀ ਹੈ ਪੁਨ ਪਾਤੀ ਸੁਲਈ ਕਰ ਦੀਨ ਤੇ ਫਿਰ ਉਹ ਪੱਤਰਕਾ ਸੁਲੀ ਖਾਂ ਦੇ ਹੱਥ ਤੇ ਧਰੀ ਹੈ। ਹੋਲਤ ਪਠੀ ਸਖਾ ਕੇ ਕਰ ਕੀ ਆਪਣੇ ਮਿੱਤਰ ਦੇ ਹੱਥੀ ਲਿਖੀ ਹੋਈ ਚਿੱਠੀ ਜਦੋਂ ਪੜ੍ਹੀ ਸੁਲੀ ਖਾਂ ਨੇ ਸ਼੍ਰੀ ਅਰਜਨ ਕੀਰਤ ਔਰ ਕਰ ਕੀ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਹ ਹੈ ਦੁਨੀਆਦਾਰੀ, ਸੰਤਗਿਰੀ ਨਹੀਂ, ਗੁਰਿਆਈ ਇਹ ਨਹੀਂ ਕਿ ਦੁਸ਼ਮਣ ਦੀ ਵਡਿਆਈ ਸੁਣ ਕੇ ਜਿਹੜਾ ਸੜਦਾ ਹੋਵੇ ਉਹ ਦੁਸ਼ਮਣ ਹੀ ਹੁੰਦਾ ਹੈ, ਪਾਪੀ ਉਹੀ ਹੁੰਦਾ ਹੈ। ਜਿਹੜਾ ਦੁਸ਼ਮਣ ਦੀ ਵਡਿਆਈ ਸੁਣ ਕੇ ਖੁਸ਼ ਹੋਵੇ ਤੇ ਉਹਨੂੰ ਕਹਿੰਦੇ ਸੰਤ ਖਾਲਸਾ ਜੀਓ। ਚੰਦੂ ਵੀ ਦੁਸ਼ਟ, ਸੁਲੀ ਖਾਂ ਵੀ ਦੁਸ਼ਟ ਤੇ ਪ੍ਰਿਥੀਆ ਵੀ ਪਾਪੀ ਖਾਲਸਾ ਜੀ, ਕਪਟੀ, ਇਹ ਤਿੰਨੋਂ ਚਾਰੋਂ ਕਪਟੀ। ਜਦੋਂ ਇਹਨੇ ਚਿੱਠੀ ਖੋਲ ਕੇ ਪੜ੍ਹੀ ਨਾ, ਲਿਖੀ ਹੋਈ ਬੜੀ ਵਡਿਆਈ ਗੁਰੂ ਅਰਜਨ ਦੇਵ ਮਹਾਰਾਜ ਜੀ। ਵਡਿਆਈ ਸੁਣ ਕੇ ਅੰਦਰ ਖਾਲਸਾ ਜੀਓ ਕੜਕ ਪੈਦਾ ਹੋ ਗਈ। ਮੇਰੋ ਤਰਾਸ ਹਿਰਦੇ ਮੈਂ ਧਰ ਕੇ ਤੇ ਸੋਚਣ ਲਗਾ ਵੀ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਨੇ ਮੇਰਾ ਡਰ ਨਹੀਂ ਧਾਰਨ ਕੀਤਾ ਆਪਣੇ ਮਨ ਵਿੱਚ। ਮੈਂ ਕਿਤਨਾ ਵੱਡਾ ਬਾਦਸ਼ਾਹ ਦਾ ਦੀਵਾਨ ਹਾਂ, ਕਈ ਵਾਰੀ ਉਹਨਾਂ ਵੱਲ ਗਿਆ ਹਾਂ ਫੌਜਾਂ ਲੈ ਕੇ, ਪਰ ਡਰੇ ਨਹੀਂ ਅਜੇ ਤੱਕ ਮੇਰੇ ਕੋਲ ਸੁਣ ਕੇ। ਅਬਲੋਂ ਸ਼ਤਰੂ ਨ ਛਾਤੀ ਧਰ ਕੇ ਅਜੇ ਤੱਕ ਮੇਰੇ ਦੁਸ਼ਮਣ ਦੀ ਛਾਤੀ ਕਿਉਂ ਨਹੀਂ ਧੜਕਦੀ ਪਈ, ਇਹ ਸੋਚ ਰਿਹਾ ਹੈ ਕਿ ਮੇਰਾ ਦੁਸ਼ਮਣ ਕਿਤਨਾ ਵੱਧ ਰਿਹਾ ਹੈ। ਗੁਰੂ ਅਰਜਨ ਦੇਵ ਜੀ, ਦੁਸ਼ਮਣ ਦੀ ਛਾਤੀ ਕਿਉਂ ਨਹੀਂ ਧੜਕ ਰਹੀ, ਇਹਦੇ ਮਨ ਵਿੱਚ ਇਹ ਚਿੰਤਾ ਜਾਗ ਪਈ ਹੈ। ਵੱਡੋ ਹੋਨ ਨਿਸ਼ਫਲ ਹੈ ਮੋਰਾ ਸੋਚਣ ਲਗਾ ਕਿ ਮੇਰੀ ਵਡਿਆਈ ਦਾ ਕੀ ਫਾਇਦਾ, ਇਤਨਾ ਵੱਡਾ ਬਾਦਸ਼ਾਹ ਦਾ ਦੀਵਾਨ ਹਾਂ ਤੇ ਮੇਰੀ ਇਹ ਵਡਿਆਈ ਦਾ ਦੀਵਾਨਗੀ ਦਾ ਕੀ ਫਾਇਦਾ, ਇਹ ਤੇ ਨਿਸ਼ਫਲ ਹੈ। ਸੁਖ ਨਾ ਸਖਾ ਰਿਪ ਤੁੰਡ ਨ ਮੋਰਾ ਨਾ ਮੇਰੇ ਮਿੱਤਰ ਨੂੰ ਸੁਖ ਮਿਲਿਆ ਹੈ ਪ੍ਰਿਥੀ ਚੰਦ ਨੂੰ, ਤੇ ਨਾ ਮੈਂ ਆਪਣੇ ਦੁਸ਼ਮਣ ਦਾ ਮੁਖ ਤੋੜਿਆ ਹੈ। ਦੁਸ਼ਮਣ ਕੌਣ? ਗੁਰੂ ਅਰਜਨ ਦੇਵ ਮਹਾਰਾਜ। ਇਹ ਸੁਲੀ ਖਾਂ ਆਪਣੇ ਵੱਲੋਂ ਕਹਿ ਰਿਹਾ ਖਾਲਸਾ ਜੀ, ਨਾ ਮੈਂ ਆਪਣੇ ਮਿੱਤਰ ਪ੍ਰਿਥੀ ਚੰਦ ਨੂੰ ਸੁਖ ਬਖਸ਼ਿਸ਼ ਕੀਤਾ ਹੈ। ਕੀ ਫਾਇਦਾ ਮੇਰੀ ਦੀਵਾਨਗੀ ਦਾ ਕਿ ਬਾਦਸ਼ਾਹ ਦਾ ਦੀਵਾਨ ਹਾਂ, ਤੇ ਕੀ ਫਾਇਦਾ ਮੈਂ ਆਪਣੇ ਦੁਸ਼ਮਣ ਨੂੰ ਅਜੇ ਤੱਕ ਮਾਰਿਆ ਵੀ ਨਹੀਂ, ਤੇ ਮੇਰੀ ਵਡਿਆਈ ਕਿਸ ਕੰਮ ਆਵੇਗੀ। ਚਿੰਤਤ ਚੀਤ ਚਾਰ ਕੋ ਬੋਲਾ ਇਸ ਤਰ੍ਹਾਂ ਮਨ ਵਿੱਚ ਚਿੰਤਾ ਕਰਕੇ ਚਾਰ ਕਹਿੰਦੇ ਜਿਹੜਾ ਉਹ ਖਾਲਸਾ ਜੀ ਹਲਕਾਰਾ ਚਿੱਠੀ ਲੈ ਕੇ ਆਏ ਸੀ, ਉਸ ਹਲਕਾਰੇ ਨੂੰ ਕਹਿਣ ਲੱਗਾ ਇਸਕੇ ਸਾਥ ਬਾਤ ਅਸ ਬੋਲਾ ਉਸ ਹਲਕਾਰੇ ਨੂੰ ਪ੍ਰਿਥੀ ਚੰਦ ਵੱਲ ਇਹ ਸੁਲੀ ਖਾਂ ਇਸ ਤਰ੍ਹਾਂ ਬਚਨ ਕਹਿ ਰਿਹਾ ਹੈ। ਉਜ ਦੁਸ਼ਤੇ ਕੋ ਸਕਲ ਆਨੰਦ ਇਹ ਕਹਿਣ ਲੱਗਾ ਹਲਕਾਰਾ ਜੀ ਕਹਿ ਦੋ ਆਪਣੇ ਮਿੱਤਰ ਪ੍ਰਿਥੀ ਚੰਦ ਨੂੰ ਕਿ ਮੇਰੇ ਵੱਲੋਂ ਗੱਲ ਕਹਿ ਦੇਣਾ ਕਿ हे ਪ੍ਰਿਥੀ ਚੰਦ, ਮੇਰੇ ਵੱਲੋਂ ਤੂੰ ਸੁਖ ਆਨੰਦ ਨਾਲ ਨਿਵਾਸ ਕਰੋ। ਕਹਾਂ ਪਇਓ ਜੇ ਵਿਆਹਿਓ ਨੰਦ ਕੀ ਹੋਇਆ ਜੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪੁੱਤਰ ਦਾ ਵਿਆਹ ਹੋ ਗਿਆ ਹੈ। ਇਤ ਆਵੋ ਆਗਿਆ ਲੈ ਸ਼ਾਹੂ ਜਦੋਂ ਮੈਂ ਬਾਦਸ਼ਾਹ ਤੋਂ ਆਗਿਆ ਲੈ ਕੇ ਪੰਜਾਬ ਵੱਲ ਆਵਾਂਗਾ, ਗੁਰ ਕੈ ਬੇਕੋ ਨਿਤ ਉਤਸਾਹੂ ਮੇਰੇ ਮਨ ਵਿੱਚ ਰੋਧ ਉਤਸ਼ਾਹ ਇਹੀ ਹੈ, ਇਹੀ ਤਮੰਨਾ ਮੈਂ ਰੋਜ਼ ਚਾਹੁੰਦਾ ਹਾਂ ਕਿ ਗੁਰੂ ਅਰਜਨ ਦੇਵ ਮਹਾਰਾਜ ਨੂੰ ਕੈਦ ਕਰ ਲਵਾਂ। ਚੰਦੂ ਬਿਨ ਮੈਂ ਹੀ ਲਿਓ ਮਾਰ ਫਿਕਰ ਨਾ ਕਰ ਪ੍ਰਿਥੀ ਚੰਦ, ਚੰਦੂ ਤੋਂ ਬਿਨਾ ਮੈਂ ਇਕੱਲਾ ਹੀ ਮਾਰ ਲਵਾਂਗਾ ਤੇਰੇ ਦੁਸ਼ਮਣ ਗੁਰੂ ਅਰਜਨ ਦੇਵ ਜੀ ਨੂੰ। ਜੈਸੇ ਡਸੇ ਅਚਾਨਕ ਮਾਰ ਕਹਿੰਦੇ ਸੱਪ, ਜਿਵੇਂ ਅਚਾਨਕ ਹੀ ਕੋਈ ਸੱਪ ਡੰਗ ਮਾਰਦਾ ਹੋਵੇ। ਤੀਰ ਤਰੋ ਆਇਓ ਮੁਝ ਜਾਨ ਇਸ ਕਰਕੇ ਮੇਰੇ ਪ੍ਰਿਥੀ ਚੰਦ ਫਿਕਰ ਨਾ ਕਰ ਮਿੱਤਰ, ਮੈਂ ਹੁਣੇ ਕੁਝ ਦਿਨਾਂ 'ਚ ਤੇਰੇ ਕੋਲ ਆ ਰਿਹਾ ਹਾਂ। ਇਹ ਸਾਰੀ ਗੱਲਾਂ ਖਾਲਸਾ ਸੁਲੀ ਖਾਂ ਕਹਿ ਰਿਹਾ ਉਸ ਹਲਕਾਰੇ ਨੂੰ
ਕਿ ਜਾ ਕੇ ਕਹਿ ਦੇਣਾ ਮੇਰੇ ਮਿੱਤਰ ਸੁਲੀ ਖਾਂ ਇਹ ਬਚਨ ਕਹਿ ਰਿਹਾ ਹੈ ਕਿ ਪ੍ਰਿਥੀ ਚੰਦ ਮੇਰਾ ਖਾਸ ਮਿੱਤਰ ਹੈ, ਉਹਨੂੰ ਕਹਿ ਦੇਣਾ ਫਿਕਰ ਨਾ ਕਰੋ, ਮੈਂ ਕੁਝ ਦਿਨਾਂ ਵਿੱਚ ਹੀ ਤੁਹਾਡੇ ਕੋਲ ਆ ਰਿਹਾ ਹਾਂ। ਕਰੋ ਕਾਜ ਸੁਨ ਸਖਾ ਸੁਜਾਨ, ਤੇ ਤੁਸੀਂ ਮੇਰੇ ਖਾਸ ਮਿੱਤਰ ਹੋ, ਸਿਆਣੇ ਮਿੱਤਰ ਹੋ, ਤੁਹਾਡਾ ਕੰਮ ਮੈਂ ਜ਼ਰੂਰ ਕਰ ਦਵਾਂਗਾ। ਇਹ ਚਿਤ ਦਿਨ ਮੈਂ ਦੇਖੋ ਆਈ, ਤੇ ਕੁਝ ਦਿਨਾਂ ਵਿੱਚ ਮੈਂ ਇੱਧਰ ਆਵਾਂਗਾ, ਤੁਸੀਂ ਮੇਰੀ ਉਡੀਕ ਕਰੋ। ਅਰਜਨ ਹੱਥ ਦੇਹ ਗੁਰਿਆਈ, ਤੇ ਮੈਂ ਤੁਹਾਡੇ ਦੁਸ਼ਮਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਾਰ ਕੇ ਨਾ ਤੁਹਾਨੂੰ ਗੁਰਿਆਈ ਦਵਾ ਦਵਾਂਗਾ। ਤਬ ਮੇਰੇ ਮਨ ਉਪਜੈ ਸ਼ਾਂਤੀ, ਤੇ ਤਾਂ ਮੇਰੇ ਮਨ ਵਿੱਚ ਸ਼ਾਂਤੀ ਪੈਦਾ ਹੋਵੇਗੀ। ਜਬ ਤੇਰੇ ਸ਼ਤਰੂ ਹੋਏ ਸ਼ਾਂਤੀ, ਹੇ ਮਿੱਤਰ, ਜਦੋਂ ਤੇਰਾ ਦੁਸ਼ਮਣ ਮਰੇਗਾ ਨਾ, ਸ਼ਾਂਤੀ ਦੇ ਦੋ ਅਰਥ ਹਨ, ਇੱਕ ਸ਼ਾਂਤ ਖਤਮ ਹੋ ਜਾਣਾ, ਦੂਜਾ ਆਨੰਦ ਪੈਦਾ ਹੋਣਾ। ਕਿ ਤਾਂ ਮੇਰੇ ਮਨ ਵਿੱਚ ਸ਼ਾਂਤੀ ਸੁਖ ਸ਼ਾਂਤੀ ਪੈਦਾ ਹੋਵੇਗੀ ਜੋ ਮੈਂ ਤੇਰੇ ਦੁਸ਼ਮਣ ਨੂੰ ਮਾਰ ਲਵਾਂਗਾ। ਇਮ ਲਖ ਕਰ ਦੀਨਸ ਕਰ ਪਾਤੀ, ਤੇ ਖਾਲਸਾ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਉਹ ਚਿੱਠੀ ਲਿਖ ਕੇ ਨਾ ਇਸਨੇ ਹਲਕਾਰੇ ਨੂੰ ਫੜਾਈ ਹੈ। ਲੈ ਕਰ ਚਾਰ ਚਲਿਓ ਤਤਕਾਲਾ, ਤੇ ਉਸੇ ਵੇਲੇ ਚਾਰ ਕਹਿੰਦੇ ਹਲਕਾਰਾ ਉਹ ਚਿੱਠੀ ਲੈ ਕੇ ਆਉਣ ਵਾਲਾ, ਉਹ ਹਲਕਾਰਾ ਫਟਾਫਟ ਚਿੱਠੀ ਲੈ ਕੇ ਦਿੱਲੀ ਤੋਂ ਤੁਰਿਆ ਹੈ। ਜਾਏ ਪ੍ਰਿਥਿਆ ਅੰਤਰ ਤੇ ਕਾਲਾ, ਤੇ ਜਿੱਥੇ ਪ੍ਰਿਥੀ ਚੰਦ ਅੰਦਰ ਬੈਠਾ ਸੀ ਖਾਲਸਾ ਜੀਓ, ਸਖਾ ਲਿਖੇ ਕੋ ਪਠ ਹਰ ਖਾਇਓ, ਅੰਦਰੋਂ ਕਾਲਾ ਹੈ ਪ੍ਰਿਥੀ ਚੰਦ ਖਾਲਸਾ ਜੀਓ। ਜਦੋਂ ਇਤਨਾ ਕਾਲਾ ਸ਼ਾਹ ਬੰਦਾ ਅੰਦਰੋਂ ਹੋਵੇ ਤੇ ਮਿੱਤਰ ਦੀ ਚਿੱਠੀ ਆਈ ਹੋਵੇ, ਇਹਨੇ ਚੰਗੀ ਤਰ੍ਹਾਂ ਪੜ੍ਹੀ। ਸ਼ੁੱਧਤ ਅਧਿਕ ਜਨ ਭੋਜਨ ਤੇ ਖਾਇਓ, ਮਾਨੋ ਖਾਲਸਾ ਜੀ ਕੋਈ ਬੰਦਾ ਜ਼ਿਆਦਾ ਭੁੱਖਾ ਹੋਵੇ ਨਾ ਤੇ ਭੁੱਖੇ ਨੂੰ ਪ੍ਰਸ਼ਾਦਾ ਮਿਲ ਜਾਵੇ, ਉਹ ਰੱਜ ਜਾਂਦਾ ਹੈ। ਅੱਜ ਪ੍ਰਿਥੀ ਚੰਦ ਰੱਜ ਗਿਆ ਕਿ ਮਾਨੋ ਅੰਦਰ ਅੱਗ ਬਲਦੀ ਪਈ ਸੀ। ਭੁੱਖ ਲੱਗਦੀ ਨਾ, ਅੰਦਰ ਅੱਗ ਬਲਦੀ ਖਾਲਸਾ ਜੀ, ਤੇ ਅੰਦਰ ਈਰਖਾ ਦੀ ਅੱਗ ਬਲਦੀ ਪਈ, ਸੜਦਾ ਬਲਦਾ ਪਿਆ ਹੈ। ਜਦੋਂ ਬਚਨ ਸੁਣੇ ਆਪਣੇ ਮਿੱਤਰ ਸੁਲੀ ਖਾਂ ਦੇ ਤੇ ਭੋਜਨ ਮਿਲ ਗਿਆ ਕਿ ਅੱਜ ਮੇਰਾ ਕੰਮ ਬਣ ਗਿਆ ਖਾਲਸਾ ਜੀ, ਹੁਣ ਕਿਵੇਂ ਖੁਸ਼ ਹੋਵੇਗਾ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤ ਰਸ ਵਿੱਚ ਬੈਠੇ, ਕੋਈ ਫਿਕਰ ਨਹੀਂ, ਆਵੇ ਜਿਵੇਂ ਮਰਜ਼ੀ ਆਵੇ, ਜਿਹੜਾ ਆਵੇਗਾ ਚੜ ਕੇ ਉਹਨੇ ਆਪੇ ਪੱਠੇ ਜਾ ਕੇ ਮਰ ਜਾਣਾ। ਸੁਲਹੀ ਤੇ ਨਾਰਾਇਣ ਰਾਗ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ, ਇਹਨੇ ਸੜ ਕੇ ਸਵਾਈ ਹੋ ਜਾਣਾ ਹੈ। ਸੰਗਤਾਂ ਕਹਿਣਗੀਆਂ ਮਹਾਰਾਜ ਕੋਈ ਚਿੱਠੀ ਲਿਖੋ, ਕੋਈ ਉਪਾਅ ਕਰੋ। ਮਹਾਰਾਜ ਕਹਿੰਦੇ ਨਹੀਂ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਤੇ ਆਇਆ। ਕਿਸੇ ਨੂੰ ਨਹੀਂ ਜਪਣਾ, ਕਿਸੇ ਨੂੰ ਨਹੀਂ ਚਿੱਠੀ ਲਿਖਣੀ, ਪਰ ਜਪਣਾ ਇਹੀ ਹੈ, ਵਾਹਿਗੁਰੂ 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 ਵਾਹਿਗੁਰੂ। ਪ੍ਰਭ ਤੂੰ ਹੀ ਧਿਆਇਆ। ਬਸ ਰੱਬ ਨੂੰ ਧਿਆਰੇ ਹਨ ਗੁਰੂ ਅਰਜਨ ਦੇਵ ਮਹਾਰਾਜ। ਕਿਵੇਂ ਦੁਸ਼ਟਾਂ ਦਾ ਨਾਸ਼ ਹੋਵੇਗਾ, ਇਹ ਵਾਰਤਾ ਆਪ ਜੀ ਅਗਲੇ ਪ੍ਰਕਰਨਾਂ ਵਿੱਚ ਸਰਵਣ ਕਰਨਾ। ਖਾਲਸਾ ਜੀ।